पंजाबी नैशनल टीवी के प्रोग्राम विचार चर्चा च सब का स्वागत करते हैं। बहुत बहुत स्वागत अमृत जी का भी करते हैं। सत श्री अकाल जी। अज दे साडे मेहमान साडे नाल पहुँच गए हैं, आपां उन्हां दा स्वागत कर चुके हैं ते जिन्हां मुद्दिआं ते आपां गलबात करनी है उन्हां दे विच है कल दी जिहड़ी बैठक हुई उहदे च सरकार दे नज़रिए च कुछ बदलाव नज़र आया। इस तो इलावा सुप्रीम कोर्ट का पुलिस ते प्रशासन दे विच दखल तो इनकार है। किसान 26 तरीक लई तैयार बर तैयार ने। इस तो इलावा अमरीका दी कमान पहुँच गई है जो बाइडन के हत्थ। उप राष्ट्रपति के तौर पर कमला हैरिस ने संभाली कमान। तो करोना की भी थोड़ी जी करांगे गलबात। तो उस तो इलावा एक फ्रूट का नाम ही बदल दिता गया। किन्ने बदलिया, क्यों बदलिया, ये सब जाणांगे अपने माहिर मेहमान के कोलों। अमृत जी, आप स्वागत तो कर लिया, तो पहले सवाल वाल आइए जी। सरकार नाल बैठक हो गई, 10वें तो बाद 11वें गेड़ की वारी आ गई जी। मैनूं लगता है कि बसंत पंचमी भी आने वाली है। बिल्कुल जी, बिल्कुल। ते ਉਹ ਤਾਂ ਤਲਾਵਾਂ ਪਾਣ ਤੋਂ ਬਾਅਦ ਗੁੱਡੀ ਨੂੰ ਸੁੱਧ ਕਰਦੇ ਆ ਆਪਾਂ, ਚੱਪ ਦਿੰਨੇ ਆ ਥੋੜੀ ਜੀ। ਤੇ ਸਰਕਾਰ ਤਾਂ 11ਵੇਂ ਗੇੜ ਵਿੱਚ ਥੋੜੀ ਜੀ ਸੁੱਧ ਹੋਈ ਲੱਗਦੀ ਹੈ ਤੁਹਾਨੂੰ? ਬਿਲਕੁਲ ਜੀ, ਬਿਲਕੁਲ। ਤੁਸੀਂ ਬਸੰਤ ਨਾਲ ਜੋੜ ਦਿੱਤਾ ਸਰਕਾਰ ਦੇ ਨੂੰ, ਤੇ ਕੁਝ ਖੁਸ਼ੀ ਦੀ ਗੱਲ ਵੀ ਹੈ ਕਿ ਕੁਝ ਹਾਲਾਤ ਜਿਹੜੇ ਆ ਬਦਲ ਰਹੇ ਆ। ਜਿਵੇਂ ਜਿਵੇਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤੇ ਉਦੋਂ ਹਾਲੇ ਸਰਦੀ ਨਹੀਂ ਸੀ ਆਈ, ਬਰਸਾਤ ਖਤਮ ਹੋਈ ਸੀ ਅਗਸਤ ਸਤੰਬਰ 'ਚ। ਅਸੀਂ ਇੱਥੇ ਗੱਲ ਤੇ ਸ਼ੁਰੂ ਹੋ ਗਈ ਸੀ ਇਹ ਗੱਲ, ਤੇ ਕਰਦਿਆਂ ਕਰਦਿਆਂ ਸਾਰਾ ਸਿਆਲ ਲੰਘਾਤਾ। ਤੇ ਜਦੋਂ ਬਸੰਤ ਆਉਂਦੀ ਹੈ ਤਾਂ ਅਸੀਂ ਕਹਿੰਦੇ ਆ ਆਈ ਬਸੰਤ ਪਾਲਾ ਉਡਾਨ। ਕੁਝ ਦਿਨਾਂ ਦੀ ਗੱਲ ਆ, ਉਹਦੀ ਗੱਲ ਆਪਾਂ ਫਿਰ ਕਰਾਂਗੇ ਜਦੋਂ ਬਸੰਤ ਆਊਗੀ। ਤੁਸੀਂ ਇਹਨੂੰ ਜੋੜਿਆ ਇਸ ਗੱਲ ਨਾਲ ਕਿ ਗੁੱਡੀ ਨੂੰ ਉਡਾਉਣ ਤੋਂ ਪਹਿਲਾਂ ਸੈੱਟ ਕੀਤਾ ਜਾਂਦਾ। ਮੈਨੂੰ ਲੱਗਦਾ ਕਿ ਜਦੋਂ ਅਸੀਂ ਮੀਟਿੰਗਾਂ ਦੀ ਗੱਲ ਕਰਦੇ ਸੀਗੇ ਇਸ ਅੰਦੋਲਨ ਦੇ ਵਿੱਚ, ਤੇ ਬਹੁਤ ਨਾਕਾਮਯਾਬ ਰਹੀ ਆ ਸਰਕਾਰ, ਤੇ ਉਹ ਖਾਸ ਤੌਰ ਤੇ ਪੋਲੀਟੀਕਲ ਪਾਰਟੀ ਜਿਹੜੇ ਦੀ ਇਹ ਸਰਕਾਰ ਬਣੀ ਹੋਈ ਆ। ਉਹਨਾਂ ਨੇ ਇਸ ਮਾਹੌਲ ਨੂੰ, ਇਸ ਵਿਰੋਧ ਨੂੰ, ਇਹਨਾਂ ਕਾਨੂੰਨਾਂ ਨੂੰ, ਤੇ ਖਾਸ ਤੌਰ ਤੇ ਪੰਜਾਬੀ ਫਿਤਰਤ ਨੂੰ ਸਮਝਣ ਦੇ ਵਿੱਚ ਕਿਤੇ ਵੱਡੀ ਕੁਤਾਹੀ ਕੀਤੀ। ਮੈਨੂੰ ਇੱਦਾਂ ਲੱਗਦਾ। ਜੇ ਆਪਾਂ ਕੱਲ੍ਹ ਦੀ ਮੀਟਿੰਗ ਕਰੀਏ ਤਾਂ ਤੁਸੀਂ 11ਵੇਂ ਗੇੜ ਦੀ ਮੀਟਿੰਗ ਸੀ, ਮੈਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਗਨ ਵਾਲੀ ਗੱਲ ਜਿਹੜੀ ਉਹ ਨੇੜੇ ਆ ਗਈ ਹੈ ਕਿਤੇ। ਅਸੀਂ ਅਕਸਰ ਸੋਚਦੇ ਹਾਂ ਕਿ ਜਦੋਂ ਕੁਝ ਵੱਧ ਜਾਂਦਾ, ਸਵਾਇਆ ਹੋ ਜਾਂਦਾ, 11 ਹੋ ਗਿਆ ਜਾਂ 21 ਹੋ ਗਿਆ, ਤੇ ਉਹ ਸ਼ਗਨ ਬਣ ਜਾਂਦਾ। ਬਹੁਤ ਦਿਨਾਂ ਤੋਂ ਇਹ ਮੀਟਿੰਗ ਚੱਲ ਰਹੀਆਂ ਸੀ। ਜਿਹੜੀ ਗੱਲ ਸਰਕਾਰ ਨੇ ਕੱਲ੍ਹ ਕੀਤੀ ਆ, ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੋਕ ਲੈਂਦੇ ਆ, ਸਸਪੈਂਡ ਕਰ ਲੈਂਦੇ ਆ ਫॉर ਦਾ ਟਾਈਮ ਬਿੰਗ। ਸਾਲ, 1.5 ਸਾਲ, 2 ਸਾਲ ਦੀ ਵੀ ਗੱਲ ਆ। ਸ਼ਾਇਦ ਉੱਥੇ ਉਹਨਾਂ ਨੇ ਵੈਸੇ ਤਲਫਜ਼ ਬੋਲਿਆ ਹੋਣਾ ਕਿ 1.5-2 ਸਾਲ ਅਸੀਂ ਰੋਕ ਲੈਂਦੇ ਆ, ਉਹਦੇ ਲਈ ਇੱਕ ਨਵੀਂ ਕਮੇਟੀ ਬਣਾ ਲੈਂਦੇ ਆ ਤੇ ਤੁਸੀਂ ਇਹਦੇ ਲਈ ਰਾਜੀ ਹੋ। ਪਰ ਉੱਥੇ ਕਿਸਾਨਾਂ ਨੇ ਕਿਹਾ ਕਿ ਨਹੀਂ, ਅਸੀਂ ਇਹਦੇ ਲਈ ਰਾਜੀ ਨਹੀਂ ਆ। ਬਹੁਤਿਆਂ ਨੇ ਇਹ ਕਿਹਾ, ਕੁਝ ਨੇ ਇਹ ਵੀ ਕਿਹਾ ਕਿ ਹਾਂ ਠੀਕ ਆ, ਆਪਾਂ ਸੋਚਦੇ ਆ। ਫਿਰ ਗੱਲ ਇੱਥੇ ਤੱਕ ਪਹੁੰਚੀ ਕਿ ਅਸੀਂ ਤੁਹਾਨੂੰ ਕੱਲ੍ਹ ਮੀਟਿੰਗ ਕਰਕੇ ਤੇ ਪਰਸੋਂ ਨੂੰ ਕੁਝ ਦੱਸਾਂਗੇ। ਮੇਰਾ ਖਿਆਲ 22 ਤਰੀਕ ਦੀ ਫਿਰ ਇੱਕ ਮੀਟਿੰਗ ਫਿਕਸ ਹੋਈ ਹੈ। ਗੱਲ ਵਿਚਾਰਨ ਵਾਲੀ ਗੱਲ ਇਹ ਤਾਂ ਸਿਰਫ ਖਬਰ ਹੋ ਗਈ ਕਿ ਪਰਸੋਂ ਕੱਲ ਇੱਕ ਕਮੇਟੀ ਦੀ ਮੀਟਿੰਗ ਸੀ, ਉਹਦੇ 'ਚ ਕੀ ਬਣਿਆ ਤੇ ਕੀ ਕਿਹਾ। ਵਿਚਾਰਨ ਵਾਲੀ ਗੱਲ ਇਹ ਆ ਕਿ ਸਰਕਾਰ ਨੂੰ ਇੱਥੇ ਤੱਕ ਆਉਣ ਲਈ 4 ਤੋਂ 5 ਮਹੀਨੇ ਕਿਉਂ ਲੱਗ ਗਏ? ਕਿਸ ਗੱਲ ਦੀ ਜਿੱਦ ਸੀ ਉਹ ਜਿੱਤੇ ਲੈ ਕੇ ਬੈਠੇ ਸੀ? ਸਾਡੇ ਦਰਸ਼ਕਾਂ ਨੂੰ ਵੀ ਯਾਦ ਆ ਤੇ ਸਾਨੂੰ ਵੀ ਇਹ ਗੱਲ ਯਾਦ ਆ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਇਸੇ ਗੱਲ ਤੋਂ ਸ਼ੁਰੂ ਹੋਇਆ ਸੀ। ਇਹੋ ਹੀ ਗੱਲ ਮੁੱਖ ਰੱਖੀ ਗਈ ਸੀ ਕਿ ਤੁਸੀਂ ਇਹਨਾਂ ਨੂੰ ਵਾਪਸ ਲਓ, ਇਹਨਾਂ ਨੂੰ ਰੋਕ ਲਓ, ਵਾਪਸ ਲਓ। ਰੋਕ ਲਓ ਨਹੀਂ ਕਿਹਾ ਗਿਆ ਸੀ, ਪਰ ਗੱਲ ਉਹੀ ਸੀ, ਵਿਚਾਰ ਕਰਕੇ ਫਿਰ ਗੱਲ ਕਰਾਂਗੇ। ਜੀ ਸ਼ਬਦਾਂ ਦਾ ਹੇਰ ਫੇਰ ਸੀਗਾ ਕਿ ਕਾਨੂੰਨਾਂ ਨੂੰ ਰੋਕ ਲਓ, ਕਮੇਟੀ ਬਣਾ ਲਓ, ਇਹਨਾਂ ਨੂੰ ਸੋਧ ਕੇ ਲਾਗੂ ਕਰ ਲਓ, ਤੇ ਆਪਾਂ ਨਵੇਂ ਕਾਨੂੰਨ ਜਿਹੜੇ ਆ ਉਹ ਕਿਸਾਨਾਂ ਦੀ ਵੀ ਉਹਦੇ 'ਚ ਮਰਜ਼ੀ ਹੋਵੇ। ਪਰ ਇੱਥੇ ਤੱਕ ਪਹੁੰਚਣ ਲਈ ਸਰਕਾਰ ਨੇ ਬਹੁਤ ਲੰਬਾ ਟਾਈਮ ਲੈ ਲਿਆ, ਤੇ ਉਹਦੇ ਨਾਲ ਜਿਹੜਾ ਸੰਘਰਸ਼ ਦਾ ਰੋਹ ਬਣਿਆ ਉਹ ਸਾਰਿਆਂ ਨੇ ਦੇਖਿਆ। ਇਕੱਲੇ ਅਸੀਂ ਨਹੀਂ ਦੇਖਿਆ, ਟੈਲੀਵਿਜ਼ਨ ਨੇ ਨਹੀਂ ਦੇਖਿਆ, ਬਹੁਤ ਸਾਰੀ ਲਗਭਗ ਸਾਰੀ ਦੁਨੀਆ ਨੇ ਦੇਖਿਆ। ਡਿਸਕਵਰੀ ਵਰਗੇ ਚੈਨਲਸ ਨੇ ਵੀ ਉਹਨੂੰ ਦਿਖਾਇਆ। ਹੋਰ ਇਕੱਲਾ ਡਿਸਕਵਰੀ ਨਹੀਂ, ਸਾਰੀ ਦੁਨੀਆ ਦੇ ਜਿੰਨੇ ਵੀ ਮੀਡੀਆ ਚੈਨਲਸ ਨੇ ਸਾਰਿਆਂ ਨੇ, ਕਿਸੇ ਨੇ ਆਪ ਕਵਰ ਕੀਤਾ, ਕਿਸੇ ਨੇ ਕਿਸੇ ਤੋਂ ਲੈ ਕੇ ਦਿਖਾਇਆ। ਉੱਥੇ ਦੇਖਿਆ ਗਿਆ, ਦਿਖਾਇਆ ਗਿਆ। ਲੱਖਾਂ ਦੀ ਗਿਣਤੀ 'ਚ ਲਗਾਤਾਰ ਲੋਕ ਉੱਥੇ ਬੈਠੇ ਨੇ, ਤੇ ਉਹਦੇ ਵਿੱਚ ਉਹਦੇ ਦੌਰਾਨ ਕੀ ਉੱਥੇ ਹੋਇਆ, ਕਿਵੇਂ ਦੀਆਂ ਉੱਥੇ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ, ਕਿੱਦਾਂ ਦਾ ਉੱਥੇ ਜੀਵਨ ਚੱਲ ਰਿਹਾ ਆ, ਉਹ ਸਾਰੀਆਂ ਗੱਲਾਂ ਤੇ ਅਸੀਂ ਜਾਣਦੇ ਹਾਂ ਤੇ ਅਸੀਂ ਉੱਥੇ ਡਿਸਕਸ ਵੀ ਕੀਤੀ ਹੈ। ਪਰ ਪਰਮਿੰਦਰ ਜੀ, ਇੱਕ ਅੰਗਰੇਜ਼ੀ ਦਾ ਮੁਹਾਵਰਾ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਦੇਰ ਨਾਲ ਮਿਲਿਆ ਹੋਇਆ ਨਿਆਂ ਜਿਹੜਾ ਆ ਉਹ ਅਨਿਆਂ ਵਰਗਾ ਹੁੰਦਾ, ਅਨਿਆਂ ਵਰਗਾ ਹੀ ਹੁੰਦਾ, ਆਲਮੋਸਟ ਅਨਿਆਂ ਹੀ ਹੁੰਦਾ। ਮੈਨੂੰ ਇੱਕ ਬੜੀ ਛੋਟੀ ਜਿਹੀ ਕਹਾਣੀ ਯਾਦ ਆਈ ਆ, ਬਹੁਤ ਪਹਿਲਾਂ ਮੈਂ ਅਖਬਾਰ 'ਚ ਪੜ੍ਹੀ ਸੀ ਕਿਤੇ, ਇੰਗਲਿਸ਼ ਦੀ ਨਿਊਜ਼ਪੇਪਰ 'ਚ, ਬਹੁਤ ਪਹਿਲਾਂ, ਕਿ ਇੱਕ ਬੱਚਾ ਸੀ, ਉਹਨੇ ਚੋਰੀ ਕੁਝ ਕਰ ਲਈ, ਕੁਝ 100-200 ਰੁਪਏ ਦੀ ਉਹਨੇ ਚੋਰੀ ਕੀਤੀ। ਕੋਈ 16-18 ਸਾਲ ਦੀ ਉਹਦੀ ਉਮਰ ਸੀ। ਉਹਨੂੰ ਪੁਲਿਸ ਨੇ ਫੜ ਲਿਆ, ਉਹਨੂੰ ਜੇਲ੍ਹ ਭੇਜ ਦਿੱਤਾ ਗਿਆ।
ਉਹ ਸਾਬਤ ਨਹੀਂ ਹੋਈ ਚੋਰੀ, ਪਰ ਉਹਦੀ ਜ਼ਮਾਨਤ ਕਰਾਉਣ ਵਾਲਾ ਕੋਈ ਨਹੀਂ ਸੀ ਜੀ। ਉਹ ਘਟਨਾ ਲਟਕਦੀ ਇੰਨੀ ਲੰਬੀ ਹੋ ਗਈ ਕਿ ਉਸ ਬੱਚੇ ਦੀ ਜਿਹੜੀ ਜੇਲ੍ਹ ਤੋਂ ਵਾਪਸੀ ਉਹ 26 ਸਾਲ ਬਾਅਦ ਹੋਈ। ਮਾਈ ਗॉड। ਤੇ ਜੱਜ ਨੇ ਉਹਦੇ ਲਈ ਜਿਹੜਾ ਫੈਸਲਾ ਲਿਖਿਆ ਉਹ ਬਹੁਤ ਲੰਬਾ ਚੌੜਾ ਸੀ। ਜੀ। ਆਪਾਂ ਹੁਣ ਉਸ ਗੱਲ 'ਚ ਨਹੀਂ ਜਾਂਦੇ, ਗੱਲ ਸਿਰਫ ਕੰਟੈਕਸਟ ਆ। ਜੀ। ਜੱਜ ਨੇ ਲਿਖਿਆ ਸੀ ਕਿ ਤੂੰ ਬੱਚੇ ਤੋਂ ਵੱਡਾ ਬਜ਼ੁਰਗ ਵੱਡਾ ਬੰਦਾ ਬਣ ਗਿਆ, ਤੇਰੀ ਸਾਰੀ ਜਵਾਨੀ ਜਿਹੜੀ ਉਹ ਜੇਲ੍ਹ 'ਚ ਲੰਘ ਗਈ, ਮੈਂ ਤੈਨੂੰ ਤੇਰਾ ਸਮਾਂ ਵਾਪਸ ਨਹੀਂ ਦਿਲਾ ਸਕਦਾ। ਜੀ। ਜੋ ਤੇਰੇ ਨਾਲ ਹੋਇਆ ਉਹਨੂੰ ਵਾਪਸ ਕੋਈ ਨਹੀਂ ਦਿਵਾ ਸਕਦਾ, ਅਸੀਂ ਸਿਰਫ ਅਫਸੋਸ ਕਰ ਸਕਦੇ ਹਾਂ, ਆਪਣੇ ਸਿਸਟਮ ਨੂੰ ਸੋਧ ਕਰਨ ਲਈ ਅਪੀਲ ਕਰ ਸਕਦੇ ਹਾਂ। ਜੀ। ਉਹ ਤਾਂ ਇੱਕ ਘਟਨਾ ਸੀ, ਉਹਨੇ ਜੱਜ ਸਾਹਿਬ ਨੇ ਇਹ ਗੱਲ ਲਿਖੀ ਸੀ ਬੜੀ ਸੰਵੇਦਨਸ਼ੀਲਤਾ ਦੇ ਨਾਲ ਕਿ ਤੇਰੀ ਜ਼ਿੰਦਗੀ ਜਿਹੜੀ ਆ ਉਹ ਕੁਝ ਗਲਤੀਆਂ ਦੀ ਭੇਟ ਚੜ੍ਹ ਗਈ। ਜੀ। ਇੱਥੇ ਵੀ ਦੇਖਣਾ ਬਣਦਾ ਕਿ ਸਰਕਾਰ ਜੇ 4 ਮਹੀਨੇ ਬਾਅਦ 5 ਮਹੀਨੇ ਬਾਅਦ ਆਈ ਆ ਤਾਂ ਕੋਈ 125 ਦੇ ਕਰੀਬ ਜ਼ਿੰਦਗੀਆਂ ਇਸ ਦੇਰੀ ਦੀ ਭੇਟ ਚੜੀਆਂ। ਉਹਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ? ਜੀ। ਮੈਂ ਕੱਲ੍ਹ ਹੀ ਇੱਕ ਆਰਟੀਕਲ ਪੜ੍ਹਦਾ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਆ ਜਾਂ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਹਾਰ ਕੇ ਜਿੱਤੇ ਜਾਂਦੇ। ਜੀ। ਜ਼ਰੂਰੀ ਨਹੀਂ ਆ ਕਿ ਤੁਸੀਂ ਹਰ ਗੱਲ ਜਿਹੜੀ ਆ ਉਹ ਜਿੱਤ ਕੇ ਹੀ ਜਿੱਤਦੇ। ਜੀ। ਮੰਨ ਲਈਏ, ਮੈਂ ਇੱਕ ਆਰਥੋਡਾਕਸ ਇੱਕ ਹੋਰ ਗੱਲ ਕਰਦਾ, ਮੰਨ ਲਈਏ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ, ਜੀ। ਜਿੱਦਾਂ ਸਰਕਾਰ ਨੇ ਹੁਣ ਤੱਕ ਕੋਸ਼ਿਸ਼ਾਂ ਕੀਤੀਆਂ। ਜੀ। ਆਪਾਂ ਉਸ ਗੱਲ ਨੂੰ ਨਾ ਜਾਈਏ ਕਿਉਂਕਿ ਹਾਲਾਤ ਇਦਾਂ ਦੇ ਬਣੇ ਆ ਕਿ ਲੱਗਦਾ ਹੈ ਕੁਝ ਠੀਕ ਹੋ ਜਾਊਗਾ। ਮੰਨ ਲਓ ਇਹ ਅੰਦੋਲਨ ਖਤਮ ਹੋ ਜਾਂਦਾ, ਕਿਸਾਨਾਂ ਦੀ ਗੱਲ ਨਹੀਂ ਮੰਨੀ ਜਾਂਦੀ, ਕੀ ਸਰਕਾਰ ਜਿੱਤ ਜੂਗੀ? ਕੀ ਜਿੱਤੂਗੀ ਸਰਕਾਰ ਇਸ ਗੱਲ 'ਚੋਂ? ਲੋਕ ਤੇ ਨਿਰਾਸ਼ ਨੇ, ਲੋਕ ਤੇ ਮਰ ਰਹੇ ਨੇ, ਕਿਸਾਨੀ ਤੇ ਨੁਕਸਾਨ 'ਚ ਆ, ਕਿਸਾਨੀ ਤੇ ਖਤਮ ਹੋਏਗੀ, ਕਾਰਪੋਰੇਟ ਲੈ ਵੀ ਜਾਣਗੇ ਸਾਰਾ ਕੁਝ, ਸਰਕਾਰ ਤੇ ਕੁਝ ਨਹੀਂ ਜਿੱਤੇਗੀ। ਜੇ ਸਰਕਾਰ ਕਿਸਾਨਾਂ ਦੀ ਗੱਲ ਮੰਨ ਲੈਂਦੀ ਆ, ਕਿਸਾਨ ਖੁਸ਼ੀ ਦੇ ਨਾਲ ਵਾਪਸ ਆ ਜਾਂਦੇ ਆ, ਕਿਸਾਨੀ ਫਿਰ ਤੋਂ ਪੈਰਾਂ ਸਿਰ ਆ ਜਾਂਦੀ ਆ, MSP ਨੂੰ ਆਪਾਂ ਕਾਨੂੰਨ ਬਣਿਆ ਮੰਨ ਲੈਂਦੇ ਆ, ਤੇ ਕਿਸਾਨ ਜਿਹੜੇ ਜ਼ਮੀਨ ਦੇ ਉੱਤੇ ਕੰਮ ਕਰਦੇ ਨੇ, ਜ਼ਰਖੇਜ਼ ਜ਼ਮੀਨ ਦੇ ਵਿੱਚੋਂ ਕੁਝ ਉਗਾਉਂਦੇ ਨੇ, ਉਹਨੂੰ ਪੂਰੀ ਕੀਮਤ ਮਿਲਦੀ ਆ, ਤੇ ਜਿੱਤ ਸਰਕਾਰ ਦੀ ਜਿੱਤ ਕਿੱਥੇ ਆ? ਫਿਰ ਸੋਚਣ ਵਾਲੀ ਗੱਲ ਇਹ ਆ ਕਿ ਸਰਕਾਰ ਨੂੰ ਇਹ ਜਿਹੜੀ ਜੰਗ ਸੀ ਇਹ ਹਾਰ ਕੇ ਜਿੱਤਣ ਦੀ ਗੱਲ ਸੀ। ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਸਟੇਟਸਮੈਨ ਆ, ਜਿਹੜਾ ਰਾਜਾ ਆ, ਜਿਹੜਾ ਲੀਡਰ ਆ, ਜਿਹੜਾ ਨੇਤਾ ਆ, ਜਿਹੜਾ ਪ੍ਰਧਾਨ ਮੰਤਰੀ ਆ, ਉਹਦੀ ਜਿਹੜੀ ਜਿੱਤ ਆ ਉਹ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਆ, ਲੋਕਾਂ ਨੂੰ ਸੁਖੀ ਰੱਖਣ ਦੇ ਵਿੱਚ ਆ, ਨਾ ਕਿ ਉਹਨਾਂ ਨੂੰ ਤੰਗ ਕਰਨ ਦੇ ਵਿੱਚ ਤੇ ਕਿਸੇ ਜਿੱਦ 'ਚ ਆਉਣ ਲਈ। ਜੀ। ਤੇ ਇਸ ਵੇਲੇ ਜ਼ਿੱਦ ਤੇ ਆਪਾਂ ਵੀ ਨਹੀਂ ਅੜਦੇ, ਆਪਾਂ ਮੁੱਦੇ ਤੇ ਚੱਲਦੇ ਹਾਂ ਵਾਪਸ। ਮੀਟਿੰਗ ਹੋਈ, ਕਿੰਨੇ ਘੰਟੇ ਚੱਲੀ, ਫਿਰ ਲੰਚ ਬ੍ਰੇਕ ਹੋਇਆ। ਲੰਚ ਬ੍ਰੇਕ ਦੇ ਦੌਰਾਨ ਖੇਤੀ ਮੰਤਰੀ ਦਾ ਗ੍ਰਹਿ ਮੰਤਰੀ ਨਾਲ ਫੋਨ ਤੇ ਰਾਬਤਾ ਕਰਨਾ ਕਿੰਨਾ ਕੁ ਜਾਇਜ਼? ਮੈਂ ਨਾ ਜੀ ਫਿਰ ਉਹੀ ਇੱਕ ਹੋਰ ਗੱਲ ਸ਼ੁਰੂ ਕਰਦਾ। ਗੱਲ ਇੱਦਾਂ ਆ ਕਿ ਮੈਂ ਕਿਤੇ ਪੜ੍ਹਿਆ ਸੀਗਾ ਕਿ ਚਾਹੇ ਰਾਜਾਸ਼ਾਹੀ ਹੋਵੇ ਤੇ ਚਾਹੇ ਲੋਕਤੰਤਰ, ਜੀ, ਫੈਸਲੇ ਲੈਣ ਦੀ ਜਿਹੜੀ ਸ਼ਕਤੀ ਆ ਉਹ ਸਿਰਫ ਇੱਕ ਬੰਦੇ ਕੋਲ ਹਮੇਸ਼ਾ ਹੀ। ਜੀ। ਚਾਹੇ ਇੱਥੇ 543 MP ਸਰਕਾਰ ਬਣਾਉਂਦੇ ਨੇ, ਪਰ ਫੈਸਲੇ ਲੈਣ ਦੀ ਜਿਹੜੀ ਤਾਕਤ ਆ, ਜਿੰਨਾ ਵੱਡਾ ਫੈਸਲਾ ਹੋਵੇ ਉਹ ਫੈਸਲਾ ਜਿਹੜਾ ਆ ਉਹ ਇੱਕ ਬੰਦੇ ਵੱਲੋਂ ਹੀ ਲਿਆ ਜਾਂਦਾ, ਵੱਡੀ ਕੁਰਸੀ ਵੱਲੋਂ, ਮਤਲਬ। ਬਿਲਕੁਲ। ਤੇ ਇੱਥੇ ਕੋਈ ਗਲਤ ਜਾਂ ਸਹੀ ਦੀ ਗੱਲ ਨਹੀਂ ਹੈਗੀ, ਇਹ ਗੱਲ ਬਿਲਕੁਲ ਸਹੀ ਆ। ਜਿਹੜੇ 3 ਬੰਦੇ ਉੱਥੇ ਅਪੁਆਇੰਟ ਕੀਤੇ ਗਏ ਨੇ, ਤੋਮਰ ਜੀ, ਪਿਊਸ਼ ਗੋਇਲ ਜੀ ਤੇ ਸਾਡੇ ਪੰਜਾਬ ਤੋਂ ਜਿਹੜੇ MP ਸਾਹਿਬ ਨੇ, ਉਹ ਤੁਸੀਂ ਵੀ ਜਾਣਦੇ ਆ ਤੇ ਕਿਸਾਨ ਵੀ ਜਾਣਦੇ ਤੇ ਸਾਰੀ ਦੁਨੀਆ ਜਾਣਦੀ ਆ ਕਿ ਇਹ ਬੰਦੇ ਸਿਰਫ ਗੱਲਬਾਤ ਲਈ ਸਾਹਮਣੇ ਨੇ, ਫੈਸਲਾ ਇਹਨਾਂ ਨੇ ਨਹੀਂ ਲੈਣਾ। ਫੈਸਲਾ ਤੇ ਉਹ 2 ਬੰਦੇ ਹੀ ਆ ਜਿਹੜੇ ਲੈ ਸਕਦੇ ਨੇ, ਜਾਂ ਤੇ ਗ੍ਰਹਿ ਮੰਤਰੀ ਲੈ ਸਕਦੇ ਨੇ ਤੇ ਜਾਂ ਪ੍ਰਧਾਨ ਮੰਤਰੀ ਲੈ ਸਕਦੇ। ਤੋ ਇਹਨਾਂ ਨੂੰ ਇਨਪੁਟ ਤੇ ਉੱਥੇ ਲੈਣੀਆਂ ਪੈਣੀਆਂ। ਹੁਣ ਇੱਥੇ ਇੱਕ ਹੋਰ ਗੱਲ ਸਾਹਮਣੇ ਆਉਂਦੀ ਆ, ਅਕਸਰ BJP ਵੱਲੋਂ ਤੇ ਇਹਨਾਂ ਮੰਤਰੀਆਂ ਵੱਲੋਂ ਇਹ ਮੌਕੇ ਬੇਮੌਕੇ ਇਹ ਗੱਲ ਬਹੁਤ ਵਾਰ ਕਹੀ ਗਈ ਕਿ ਅਸੀਂ ਇੰਨੇ ਲੋਕਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਕਿਉਂਕਿ ਇਹਨਾਂ 'ਚ ਫੈਸਲਾ ਲੈਣ ਦੀ ਤਾਕਤ ਕਿਸੇ ਕੋਲ ਨਹੀਂ। ਤੇ ਹੁਣ ਜਦੋਂ ਉਹ ਮੀਟਿੰਗ 'ਚ ਇਹ ਗੱਲ ਫੋਨ ਕਰਕੇ ਕਿਸੇ ਨੂੰ ਪੁੱਛਦੇ ਨੇ ਤੇ ਫਿਰ ਇੱਥੇ ਸਮਝ ਆਉਣੀ ਚਾਹੀਦੀ ਆ ਉਹਨਾਂ ਨੂੰ ਇਹ ਗੱਲ ਕਿ ਫੈਸਲਾ ਲੈਣ ਦੀ ਤਾਕਤ ਤੁਹਾਡੇ ਕੋਲ ਵੀ ਨਹੀਂ ਹੈਗੀ, ਤੁਸੀਂ ਬੈਠੇ ਜ਼ਰੂਰ ਹੋ ਮੀਟਿੰਗ ਦੇ ਵਿੱਚ। ਜਿੱਦਾਂ ਸਾਨੂੰ ਅਕਸਰ ਇਹ ਗੱਲ ਕਹੀ ਜਾਂਦੀ ਹੈ ਪਰਮਿੰਦਰ ਜੀ ਕਿ ਸਾਨੂੰ ਦਿਨ 'ਚ 1-2 ਵਾਰ ਸ਼ੀਸ਼ਾ ਜ਼ਰੂਰ ਦੇਖਣਾ ਚਾਹੀਦਾ। ਮੈਂ ਔਰਤਾਂ ਵਾਲੇ ਕੰਟੈਕਸਟ ਦੀ ਗੱਲ ਨਹੀਂ ਕਰਦਾ ਜਾਂ ਕੁੜੀਆਂ ਵਾਲੀ ਗੱਲ ਨਹੀਂ ਕਰਦਾ। ਸ਼ੀਸ਼ਾ ਦੇਖਣ ਦਾ ਮਤਲਬ ਹੁੰਦਾ ਕਿ ਸਾਨੂੰ ਆਪਣੇ ਆਪ ਦਾ ਮੁਤਾਲਿਆ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਜੋ ਕਹਿ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ ਜਾਂ ਗਲਤ ਹੈ। ਠੀਕ ਹੈ ਜੀ। ਹੁਣ ਜਦੋਂ BJP ਵਾਲੇ ਇਹ ਗੱਲ ਕਹਿੰਦੇ ਆ ਕਿ ਅਸੀਂ 40 ਬੰਦਿਆਂ ਨਾਲ ਮੀਟਿੰਗ ਨਹੀਂ ਕਰਨੀ, 31 ਬੰਦਿਆਂ ਨਾਲ ਮੀਟਿੰਗ ਨਹੀਂ ਕਰਨੀ ਕਿਉਂਕਿ ਇਹ ਫੈਸਲਾ ਲੈਣ ਦੇ ਸક્ષਮ ਨਹੀਂ, ਤੇ ਫਿਰ ਜਦੋਂ ਤੁਸੀਂ ਮੀਟਿੰਗ 'ਚ ਉੱਠ ਕੇ ਫੋਨ ਕਰਕੇ ਕਿਸੇ ਤੋਂ ਇਨਪੁਟ ਲੈਂਦੇ ਆ, ਆਰ ਯੂ ਏਬਲ ਟੂ ਡਿਸਾਈਡ ਦਾ ਥਿੰਗਸ? ਕੀ ਤੁਸੀਂ ਉੱਥੇ ਫੈਸਲਾ ਲੈਣ ਦੀ ਤਾਕਤ 'ਚ ਬੈਠੇ ਹੋ? ਤੇ ਕੱਲ ਦੀ ਮੀਟਿੰਗ 'ਚ ਵੀ ਇੱਦਾਂ ਸਾਹਮਣੇ ਆਇਆ ਕਿ ਜਦੋਂ ਲੰਚ ਬ੍ਰੇਕ ਹੋਈ ਤੇ ਉਦੋਂ ਤੋਮਰ ਸਾਹਿਬ ਨੇ ਗ੍ਰਹਿ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਤੇ ਫਿਰ ਉਹਨਾਂ ਨੇ ਬਾਅਦ ਵਿੱਚ ਇਹ ਗੱਲ ਰੱਖੀ ਸਾਹਮਣੇ ਕਿ ਅਸੀਂ 1.5 ਸਾਲ ਤੱਕ ਇਹਨਾਂ ਕਾਨੂੰਨਾਂ ਨੂੰ ਹੋਲਡ ਕਰ ਸਕਦੇ ਹਾਂ, ਜੇ ਤੁਹਾਨੂੰ ਮਨਜ਼ੂਰ ਹੈ ਤੇ ਤੁਸੀਂ ਹੁਣ ਇਹਦੇ ਤੇ ਅਗਲੀ ਗੱਲ ਦੱਸੋ। ਪਰ ਗੱਲ ਇਹੀ ਆ ਕਿ ਫੈਸਲਾ ਲੈਣ ਦੀ ਤਾਕਤ ਜਿਹੜੀ ਉਹ ਦੂਜੇ ਨੂੰ ਤਾਂ ਤੁਸੀਂ ਝੱਟ ਕਹਿ ਦਿੰਦੇ ਆ ਕਿ ਅਸੀਂ 30 ਬੰਦਿਆਂ ਨਾਲ ਗੱਲ ਨਹੀਂ ਕਰਦੇ, ਪਰ ਹੁਣ ਗੱਲ ਉੱਥੇ ਦੀ ਉੱਥੇ ਅਟਕੀ ਹੋਈ ਆ ਹਾਲੇ। ਜੀ। ਤੇ ਗੱਲ ਉੱਥੇ ਹੀ ਅਟਕੀ ਹੈ। ਆਮ ਹੀ ਕਹਿ ਦਿੰਦੇ ਆ ਵੀ ਆਪਣੀ ਪੀੜੀ ਥੱਲੇ ਸੋਟਾ ਅਸੀਂ ਘੱਟ ਫੇਰਦੇ ਆ ਤੇ ਦੂਜੇ ਵੱਲ ਜ਼ਿਆਦਾ ਔਖੇ ਹੋ ਜਾਂਦੇ ਆ। ਤੇ ਗੱਲ ਕਰੀਏ ਮੀਟਿੰਗ ਤੋਂ ਬਾਅਦ ਦੇ ਮੁੱਦੇ ਦੀ, ਤੇ ਕਿਸਾਨ ਬਜ਼ਦ ਨੇ
ਵੀ ਅਸੀਂ ਵੀ ਹੁਣ ਟਰੈਕਟਰ ਮਾਰਚ ਕਰਾਂਗੇ। ਇਹ ਜ਼ਿੱਦ ਕਿਸਾਨਾਂ ਨੇ ਕਿਉਂ ਲਿਆਂਦੀ ਹੈ, ਇਹਦੇ ਬਾਰੇ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਸਰਕਾਰ ਦੀ। ਜੀ, ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਪ੍ਰਸ਼ਾਸਨ ਨੂੰ ਝਾੜ ਪਾ ਦਿੱਤੀ ਹੈ ਵੀ ਤੁਹਾਡੇ ਜਿਹੜੇ ਕੰਮ ਨੇ ਉਹ ਅਸੀਂ ਕਿਉਂ ਕਰੀਏ। ਜੀ, ਇਹਦੇ ਬਾਰੇ ਵਿਸਥਾਰ ਚ ਦੱਸਿਓ ਥੋੜਾ ਜਿਹਾ। ਦਿੱਲੀ ਸਰਕਾਰ ਨੂੰ ਪਾਈ ਹੈ ਜਾਂ ਦਿੱਲੀ ਪੁਲਿਸ ਨੂੰ ਝਾੜ ਪਾਈ ਹੈ? ਨਹੀਂ, ਦਿੱਲੀ ਸਰਕਾਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਲੱਗਦਾ ਹੈ ਕਿ ਸੈਂਟਰ ਗਵਰਨਮੈਂਟ ਦੇ ਅੰਡਰ ਹੈ ਦਿੱਲੀ ਦਾ। ਬਿਲਕੁਲ। ਜਦੋਂ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਦੁਨੀਆ ਦੇ ਕਿਸੇ ਵੀ NCR ਜਿਹਨੂੰ ਆਪਾਂ ਨੈਸ਼ਨਲ ਕੈਪੀਟਲ ਏਰੀਆ ਕਹਿੰਦੇ ਆ, ਉਹਦੀ ਜਦੋਂ ਗੱਲ ਕਰਦੇ ਹਾਂ ਤੇ ਉੱਥੇ ਜਿਹੜਾ ਪ੍ਰਸ਼ਾਸਨ ਹੈ ਉਹ ਆਮ ਤੌਰ ਤੇ ਹੋਮ ਮਿਨਿਸਟਰੀ ਚਲਾਉਂਦੀ ਹੈ। ਤੇ ਸਾਡੇ ਸਟੇਟ ਦੇ ਵਿੱਚ ਵੀ ਇਦਾਂ ਹੀ ਆ। ਦਿੱਲੀ ਦੀ ਜਿਹੜੀ ਪੁਲਿਸ ਆ ਉਹ ਗ੍ਰਹਿ ਮੰਤਰਾਲਿਆ ਕੋਲ ਆ ਤੇ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਨੂੰ। ਨਹੀਂ, ਵੈਸੇ ਅਮਰਿਤ ਜੀ ਤੁਹਾਨੂੰ ਟੋਕਾਂਗੀ, ਮੁਆਫੀ ਚਾਹ ਰਹੀ ਹਾਂ, ਜੀ। ਪਰ ਵੈਸੇ ਜਿਹੜੇ ਅਰਵਿੰਦ ਕੇਜਰੀਵਾਲ ਸੀ ਨਾ, ਉਹਨਾਂ ਦੀ ਸਰਕਾਰ ਵੱਲੋਂ ਅਦਾਲਤ ਦੇ ਵਿੱਚ ਸ਼ਾਇਦ ਪਟੀਸ਼ਨ ਪਾਈ ਗਈ ਸੀ ਕਿ ਇਹ ਜਿਹੜਾ ਟਰੈਕਟਰ ਮਾਰਚ ਹੈ ਇਹਨੂੰ ਰੋਕਿਆ ਜਾਏ ਜਾਂ ਟਰੈਕਟਰ ਪਰੇਡ ਹੈ। ਅੱਛਾ ਜੀ। ਇਹਦੇ ਬਾਰੇ ਮੈਂ ਜਾਣਨਾ ਚਾਹਾਂਗੀ, ਪਰ ਇਸ ਵੇਲੇ ਇਸ਼ਾਰਾ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਕਰਦੇ ਹਾਂ। ਤੇ ਅਮਰਿਤ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਜਿਸ ਮੁੱਦੇ ਤੇ ਗੱਲਬਾਤ ਕਰ ਰਹੇ ਸੀ ਨਾ, ਉਹੀ ਮੁੱਦਾ ਜਾਰੀ ਰੱਖਦੇ ਹਾਂ ਕਿ ਸੁਪਰੀਮ ਕੋਰਟ ਨੇ ਪੁਲਿਸ ਤੇ ਪ੍ਰਸ਼ਾਸਨ ਦੋਵਾਂ ਨੂੰ ਝਾੜ ਪਾਈ ਹੈ ਵੀ ਤੁਹਾਡੇ ਹੱਕ ਦਾ ਕੰਮ ਹੈ ਤੇ ਤੁਸੀਂ ਕਰਨਾ, ਸਾਨੂੰ ਵਿੱਚ ਕਿਉਂ ਸ਼ਾਮਿਲ ਕਰਦੇ ਹੋ। ਜੀ, ਇਹਦੇ ਬਾਰੇ ਦੱਸ। ਇੱਕ ਨਾ ਜੀ ਆਦਤ ਬਣ ਗਈ ਸਾਡੀ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜ਼ਿੰਮੇਵਾਰੀ ਲੈਣ ਤੋਂ ਭੱਜਦੇ ਹਾਂ। ਕਿਸੇ ਤੋਂ ਕੋਈ ਗਲਤੀ ਹੋ ਜਾਓ, ਕਹਿੰਦਾ ਮੈਂ ਨਹੀਂ ਕੀਤੀ, ਉਹਨੇ ਕੀਤੀ। ਇਹੀ ਹਾਲ ਪ੍ਰਸ਼ਾਸਨ ਦਾ ਵੀ ਹੋ ਗਿਆ, ਕਿਉਂਕਿ ਪ੍ਰਸ਼ਾਸਨ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਆ। ਸਾਨੂੰ ਹੀ ਮਿਲਾ ਕੇ ਪ੍ਰਸ਼ਾਸਨ ਬਣਦਾ। ਸਾਡੇ ਵਰਗੇ ਲੋਕ ਉੱਥੇ ਵੀ ਆਫਿਸ 'ਚ ਬੈਠੇ ਨੇ, ਸਾਡੇ ਵਰਗੇ ਨਾ ਹੋਣਗੇ, ਸਾਡੇ ਤੋਂ ਕੁਝ ਚੰਗੇ ਹੋਣਗੇ। ਤੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਸੁਪਰੀਮ ਕੋਰਟ ਨੂੰ ਕਿ ਟਰੈਕਟਰ ਰੈਲੀ ਨੂੰ ਇਜਾਜ਼ਤ ਨਾ ਦਿੱਤੀ ਜਾਵੇ। ਤੇ ਕੋਰਟ ਨੇ 2 ਦਿਨ ਪਹਿਲਾਂ ਵੀ ਇਹ ਕਿਹਾ ਸੀਗਾ ਕਿ ਸਾਡੇ ਅਧਿਕਾਰ 'ਚ ਨਹੀਂ ਹੈਗਾ, ਫਿਰ ਵੀ ਸੁਣਵਾਈ 20 ਤਰੀਕ ਤੱਕ ਰੱਖ ਲਈ ਸੀ। ਅਸੀਂ ਉਸ ਦਿਨ ਵੀ ਇਹ ਗੱਲ ਤੇ ਡਬਲ ਮਾਈਂਡਡ ਸੀਗੇ ਕਿ ਸੁਪਰੀਮ ਕੋਰਟ ਨੇ ਸੁਣਵਾਈ ਕਿਉਂ ਰੱਖ ਲਈ ਹੈ, ਜਦ ਕਿ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ। ਮੈਂ ਤੇ ਸ਼ੇਰਗਿੱਲ ਸਾਹਿਬ ਨੇ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਰੈਲੀ ਨੂੰ ਰੋਕਣਾ ਜਾਂ ਹੋਣ ਦੇਣਾ ਪੁਲਿਸ ਦਾ ਕੰਮ। ਤੇ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਕਿ ਜੁਆਇੰਟ ਕਮਿਸ਼ਨਰ ਪੁਲਿਸ ਵੀ ਕਿਸਾਨਾਂ ਨੂੰ ਮਿਲੇ ਸੀ ਤੇ ਹੁਣ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੇ ਕੋਈ ਬਦਲਵਾਂ ਰੂਟ ਦਿੱਤਾ ਕਿ ਤੁਸੀਂ ਉਸ ਰੂਟ ਤੇ ਨਾ ਕਰੋ, ਇਨਰ ਜਿਹੜਾ ਰਿੰਗ ਰੋਡ ਆ, ਆਊਟਰ ਰਿੰਗ ਰੋਡ ਤੇ ਨਾ ਕਰਕੇ ਇਸੇ ਰੋਡ ਤੇ ਕਰ ਲਓ ਜਿੱਥੇ ਤੁਸੀਂ ਬੈਠੇ ਹੋਏ ਹੋ, ਜਿਹੜੀ ਆਪਾਂ ਜਿੱਥੇ ਉਹਨਾਂ ਨੇ ਇਹ ਟਰਾਇਲ ਕੀਤਾ ਸੀਗਾ। ਪਰ ਕਿਸਾਨਾਂ ਨੇ ਉਸ ਗੱਲ ਨੂੰ ਰੱਦ ਕਰ ਦਿੱਤਾ ਹੈ। ਵਜ੍ਹਾ ਕਿਸਾਨਾਂ ਨੇ ਇਹ ਗੱਲ ਬਹੁਤ ਪਹਿਲਾਂ ਤੋਂ ਕਰ ਦਿੱਤੀ ਆ ਕਲੀਅਰ, ਆਪਣੇ ਸਟੇਜ ਤੋਂ ਵੀ ਕੀਤੀ ਆ ਤੇ ਬਹੁਤ ਸਾਰੇ ਪਲੇਟਫਾਰਮਸ ਨਾਲ ਜਦੋਂ ਇੰਟਰਵਿਊਜ਼ ਕਰਦੇ ਜਾਂ ਚੈਨਲਸ ਨਾਲ ਗੱਲ ਕਰਦੇ ਆ, ਮੀਡੀਆ ਤੇ ਗੱਲ ਕਰਦੇ, ਉਹਨਾਂ ਨੇ ਇਹ ਗੱਲ ਕਰਦੀ ਹੈ ਕਿ ਸਾਡਾ ਮਕਸਦ ਸਿਰਫ ਔਰ ਸਿਰਫ ਇੱਕ ਪਰੇਡ ਕਰਕੇ ਆਪਣੇ ਰੋਸ ਨੂੰ ਦਰਸਾਉਣਾ ਆ, ਅਸੀਂ ਤੁਹਾਡੀ ਪਰੇਡ ਨੂੰ ਡਿਸਟਰਬ ਨਹੀਂ ਕਰਾਂਗੇ। ਪਰ ਫਿਰ ਵੀ ਸਰਕਾਰ ਜਿਹੜੀ ਆ ਉਹ, ਜਾਂ ਸਰਕਾਰ ਕਹਿ ਲਓ ਜਾਂ ਦਿੱਲੀ ਪ੍ਰਸ਼ਾਸਨ ਕਹਿ ਲਓ ਜਾਂ ਦਿੱਲੀ ਪੁਲਿਸ ਕਹਿ ਲਓ, ਉਹ ਇਸ ਗੱਲ ਤੋਂ ਡਰੀ ਜ਼ਰੂਰ ਹੋਈ ਆ ਕਿਉਂਕਿ ਬਹੁਤ ਸਾਰੇ ਲੋਕ ਉਹਦੇ 'ਚ ਸ਼ਾਮਲ ਹੋਣ ਦਾ ਅੰਦੇਸ਼ਾ ਆ। ਅਸੀਂ ਪਿਛਲੇ ਦਿਨਾਂ ਤੋਂ ਅਖਬਾਰਾਂ 'ਚ ਪੜ੍ਹ ਰਹੇ ਹਾਂ, ਜ਼ਿਲ੍ਹਾਵਾਰ ਸੂਚੀਆਂ ਜਾਰੀ ਹੋ ਰਹੀਆਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਤੋਂ 1000 ਟਰੈਕਟਰ ਜਾ ਰਿਹਾ, ਸੰਗਰੂਰ ਤੋਂ 800 ਜਾ ਰਿਹਾ, ਬਠਿੰਡੇ ਤੋਂ ਇੰਨੇ ਜਾ ਰਹੇ, ਕਿਤੋਂ ਜਲੰਧਰ ਤੋਂ 10,000 ਤੱਕ ਦੀ ਵੀ ਗਿਣਤੀ ਸਾਹਮਣੇ ਆਈ। ਵੈਸੇ ਕਿਤੇ ਕਿਤੇ ਪਿੰਡਾਂ 'ਚ ਉਹਨਾਂ ਨੇ ਚਿੱਠੀਆਂ ਵੀ ਜਾਰੀ ਕਰ ਦਿੱਤੀਆਂ ਵੀ ਇੱਥੋਂ ਟਰਾਲੀ ਨਹੀਂ ਲੈ ਕੇ ਜਾਓਗੇ ਤੇ ਇੰਨਾ ਤੁਹਾਨੂੰ ਜੁਰਮਾਨਾ ਵੀ ਲੱਗੇਗਾ। ਬਿਲਕੁਲ, ਕਿਉਂਕਿ ਉਹਦੀ ਵਜ੍ਹਾ ਇਹ ਹੈ ਨਾ ਜੀ, ਅਸੀਂ ਆਪਣੇ ਪ੍ਰੋਗਰਾਮ 'ਚ ਪਹਿਲਾਂ ਵੀ ਪਰਮਿੰਦਰ ਜੀ ਗੱਲ ਕੀਤੀ ਸੀ ਕਿ ਪੰਜਾਬੀ ਸਿੱਧੀ ਲੜਾਈ ਦੇ ਤਾਂ ਬਹੁਤ ਮਾਹਰ ਨੇ ਤੇ ਹੁਣ ਉਹਨਾਂ ਨੂੰ ਇੱਕ ਮੌਕਾ ਮਿਲਿਆ। ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਇਹ ਸਿਰਫ ਔਰ ਸਿਰਫ 3 ਕਾਨੂੰਨਾਂ ਦੀ ਵਜ੍ਹਾ ਨਹੀਂ ਹੈ, ਇਹ ਤਾਂ 70 ਸਾਲ ਦਾ ਸੰਤਾਪ ਆ। ਜੋ ਵੀ ਅਸੀਂ ਉਗਾਉਂਦੇ ਆ ਉਹਦਾ ਮੁੱਲ ਲਾਉਣ ਵਾਲਾ ਕੋਈ ਹੋਰ ਆ। ਜਦੋਂ ਮਨਮੋਹਨ ਸਿੰਘ ਸਰਕਾਰ ਸੀ ਤੇ ਇਹਨਾਂ ਦੀ ਇੱਕ ਗੈਰ ਰਸਮੀ ਮੀਟਿੰਗ ਹੋਈ ਮਨਮੋਹਨ ਸਿੰਘ ਦੀ, ਉਹਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਅਧਿਕਾਰੀ ਸ਼ਾਮਲ ਸੀ ਤੇ 1-2 ਹੋਰ ਅਰਥ ਸ਼ਾਸਤਰੀ ਸ਼ਾਮਲ ਸੀ। ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ 2 ਕੰਮ ਜੇ ਪੰਜਾਬ ਲਈ ਕਰਦੇ ਹੋ ਮਨਮੋਹਨ ਸਿੰਘ ਜੀ ਤੇ ਬੜਾ ਚੰਗਾ ਹੋਵੇਗਾ। ਫਿਰ ਉਹਨਾਂ ਨੇ ਪੁੱਛਿਆ ਕਿ ਉਹ ਕਿਹੜੇ ਕੰਮ ਨੇ, ਉਹ ਕਹਿੰਦੇ ਇੱਕ ਤੇ ਜਿਹੜੀਆਂ ਖੇਤੀ ਉਪਜਾਂ ਆ ਉਹਦੀ ਕੀਮਤ ਤੈਅ ਕਰਨ ਦਾ ਅਧਿਕਾਰ ਕਿਸਾਨਾਂ ਨੂੰ ਦਿਓ। ਫਿਰ ਉਹਨਾਂ ਨੇ ਬੜਾ ਗੈਰ ਵਾਜਬ ਜਿਹਾ ਇੱਕ ਸਵਾਲ ਪੁੱਛਿਆ ਕਿ ਉਹ ਤੈਅ ਕੌਣ ਕਰੇਗਾ। ਤੇ ਉੱਥੇ ਫਿਰ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਆਪਣੀ ਕਮੇਟੀ ਬਣਾ ਲਾਂਗੇ, ਵੀ ਵਿਲ ਡਿਸਾਈਡ। ਜਿੱਦਾਂ ਹੁਣ ਸਵਾਮੀਨਾਥਨ ਰਿਪੋਰਟ ਦੀ ਗੱਲ ਹੋ ਰਹੀ ਹੈ, ਇਹ ਬੜੀ ਪੁਰਾਣੀ ਗੱਲ ਹੈ। ਜਦੋਂ ਮਨਮੋਹਨ ਸਿੰਘ ਜੀ ਪਹਿਲੀ ਵਾਰੀ ਅਰਥ ਸ਼ਾਸਤਰੀ, ਜਦੋਂ ਫਾਈਨਾਂਸ ਮਿਨਿਸਟਰ ਬਣੇ ਸੀ ਨਰਸਿਮਹਾ ਰਾਓ ਗਵਰਨਮੈਂਟ ਵਿੱਚ, ਉਦੋਂ ਇਹਨਾਂ ਦੇ ਅਰਥ ਸ਼ਾਸਤਰੀਆਂ ਨਾਲ ਸੰਬੰਧ ਸੀ ਤੇ VC ਸਾਹਿਬ ਨਾਲ ਵੀ ਉਹਨਾਂ ਦੀ ਮਿੱਤਰਤਾ ਸੀ। ਤੇ ਉਹਨਾਂ ਨੇ ਕਿਹਾ ਕਿ ਦੂਜੀ ਗੱਲ ਇਹ ਕਰੋ ਕਿ ਜਿੱਦਾਂ ਇੱਕ ਦੁਕਾਨਦਾਰ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਜਾਂ ਚੋਰੀ ਹੋ ਜਾਂਦੀ, ਉਹਨੂੰ ਇੰਸ਼ੋਰੈਂਸ ਮਿਲ ਜਾਂਦੀ ਹੈ ਤੇ ਕਿਸਾਨ ਨੂੰ ਵੀ ਨੈਚੁਰਲ ਡਿਜ਼ਾਸਟਰ ਦੇ ਕੇਸ ਦੇ ਵਿੱਚ ਇੰਸ਼ੋਰੈਂਸ ਜਿਹੜੀ ਉਹ ਮਿਲੇ। ਪਰ ਉਹ ਚੀਜ਼ਾਂ ਹਾਲੇ ਤੱਕ ਵੀ ਜਿਹੜੀਆਂ ਅਮਲੀ ਰੂਪ ਦੇ ਵਿੱਚ ਲਾਗੂ ਨਹੀਂ ਹੋ ਸਕੀਆਂ। ਪਰਮਿੰਦਰ ਜੀ, ਗੱਲ ਉੱਥੋਂ ਵਾਪਸ ਲੈ ਕੇ ਅਸੀਂ ਆਈਏ ਕਿ ਕਿਸਾਨ ਇਸ ਵਿਰੋਧ ਨੂੰ ਕਰਨ ਲਈ ਦਿੱਲੀ ਤੱਕ ਕਿਉਂ ਪਹੁੰਚੇ ਤੇ ਸਰਕਾਰ ਨੂੰ ਹੁਣ ਸਿਰਫ ਉਹਨਾਂ ਨੂੰ ਪਰੇਡ ਦਾ ਅਧਿਕਾਰ ਦੇਣ ਤੋਂ ਵੀ ਰੋਕਿਆ ਜਾ ਰਿਹਾ। ਉਦੋਂ ਤੋਂ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਨਾ ਕੀਤੀ ਆ, ਪਰ ਮੈਨੂੰ ਲੱਗਦਾ ਹੈ ਕਿ ਪਰੇਡ ਜਿਹੜੀ ਉਹ ਜ਼ਰੂਰ ਹੋਵੇਗੀ। ਪਰ ਕੱਲ ਦੀ ਮੀਟਿੰਗ ਤੋਂ ਬਾਅਦ ਇਹ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਮਾਹੌਲ ਕੁਝ ਸੁਖਾਵਾਂ ਹੋ ਜਾਏ ਤੇ ਪਰੇਡ ਉਸੇ ਰੂਟ ਤੇ ਵੀ ਹੋਵੇ
ਕਿਉਂਕਿ ਦਿੱਲੀ ਪੁਲਿਸ ਦਾ ਕੰਮ ਆ ਇਹ ਕਿ ਜੇ ਉਹਨਾਂ ਨੇ ਇੱਕ ਰੂਟ ਨੂੰ ਚੁਣਿਆ ਪਰੇਡ ਕਰਨ ਲਈ ਤੇ ਤੁਸੀਂ ਉੱਥੇ ਕੀ ਕਰਨਾ ਹੈ? ਸਿਰਫ ਔਰ ਸਿਰਫ ਟ੍ਰੈਫਿਕ ਨੂੰ ਹੀ ਨਿਰਵਿਘਨ ਜਾਰੀ ਰੱਖਣਾ। ਕੱਲ ਨੂੰ ਜੇ ਕਿਤੇ ਕੋਈ ਵੱਡਾ ਰਾਸ਼ਟਰ ਅਧਿਆਕਸ਼ ਲੰਘਦਾ ਆ, ਰਾਸ਼ਟਰਪਤੀ ਸਾਹਿਬ ਕਿਤੇ ਜਾਂਦੇ ਆ ਜਾਂ ਕੋਈ MP ਆਉਂਦਾ, ਤਾਂ ਵੀ ਤਾਂ ਤੁਸੀਂ ਇੱਕ ਰੂਟ ਪਲਾਨ ਜਾਰੀ ਕਰਦੇ ਹੀ ਹੋ ਤੇ ਤੁਸੀਂ ਉਸ 60 ਕਿਲੋਮੀਟਰ ਦੇ ਰੂਟ ਨੂੰ 2 ਘੰਟੇ ਲਈ ਡਾਇਵਰਟ ਦੇ ਦਿਓ ਜਾਂ ਉੱਥੇ ਟ੍ਰੈਫਿਕ ਨੂੰ ਜਿਹੜਾ ਆ ਮੇਨਟੇਨ ਕਰ ਲਓ ਤਾਂ ਕਿ ਜਿਹੜੀ ਉਹ ਪਰੇਡ ਆ ਹੋ ਸਕੇ। ਆਮ ਤੌਰ ਤੇ ਵੈਸੇ ਵੀ ਕੋਈ ਵੀ ਫੰਕਸ਼ਨ ਹੋਏ, ਪਰੇਡ ਹੋਏ, ਨਗਰ ਕੀਰਤਨ ਹੋਏ, ਉਦੋਂ ਵੀ ਤਾਂ ਪੁਲਿਸ ਪ੍ਰਸ਼ਾਸਨ ਕੰਮ ਕਰਦਾ ਹੀ ਹੈ। ਬਿਲਕੁਲ ਬਿਲਕੁਲ, ਤੇ ਇਹਨਾਂ ਦਾ ਕੰਮ ਵੀ ਇਹੀ ਆ, ਟ੍ਰੈਫਿਕ ਨੂੰ ਜਾਰੀ ਰੱਖਣਾ ਤਾਂ ਪਏਗਾ। ਜੇ ਅਸੀਂ ਗੱਲ ਕਰੀਏ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਜਾਂ ਦਿੱਲੀ ਦੇ ਵਿੱਚ ਨੁਕਸਾਨ ਹੋਵੇਗਾ, ਤੇ ਪਰੇਸ਼ਾਨੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਹੈ ਜੀ। ਪਰੇਸ਼ਾਨੀ ਤੇ ਉਹਨਾਂ ਲੋਕਾਂ ਨੂੰ ਵੀ ਆ ਜਿਹੜੇ ਉੱਥੇ ਬਹੁਤ ਦਿਨਾਂ ਤੋਂ ਬੈਠੇ ਨੇ, ਲੱਖਾਂ ਦੀ ਗਿਣਤੀ 'ਚ ਬੈਠੇ ਨੇ ਜੀ। ਤੇ ਬਿਲਕੁਲ ਗੱਲ ਤਾਂ ਤੁਹਾਡੀ ਸਹੀ ਹੈ। ਤਿਆਰੀ 26 ਦੀ ਪੂਰੀ ਹੋ ਰਹੀ ਹੈ, ਟਰਾਲੀਆਂ ਆਪਣੀਆਂ ਸਜਾ ਕੇ ਲਿਜਾ ਰਹੇ ਨੇ ਲੋਕ, ਤੇ ਪੰਜਾਬ ਤੋਂ ਹੈ ਹੀ ਵੱਡੀ ਗਿਣਤੀ 'ਚ ਲੋਕ ਜਾ ਰਹੇ, ਪਰ ਹਰਿਆਣਾ ਦੇ ਲੋਕ ਵੀ ਪੂਰੀ ਤਿਆਰੀ ਦੇ ਵਿੱਚ ਨੇ ਜੀ। ਤੇ ਕਈ ਥਾਈਂ ਮੈਂ ਦੇਖਿਆ ਕਿ ਪੁਲਿਸ ਨੇ ਜਿਹੜੇ ਬਾਰਡਰਾਂ ਤੋਂ ਲੰਘ ਰਹੇ ਨੇ ਨਾ ਇਹ ਕਿਸਾਨ ਆਪਣੀਆਂ ਟਰਾਲੀਆਂ ਨੇ, ਉੱਤੇ ਵੀ ਨਾਕੇਬੰਦੀ ਸ਼ੁਰੂ ਕਰ ਦਿੱਤੀ ਤਾਂ ਕਿ ਉੱਥੇ ਪਹੁੰਚ ਹੀ ਨਾ ਪਾਣ। ਬਹੁਤ ਘੱਟ ਇਦਾਂ ਹੋਵੇਗਾ ਕਿ ਲੋਕ ਨਾ ਪਹੁੰਚ ਸਕਣ, ਕਿਉਂਕਿ ਅਸੀਂ ਕਰੋਨਾ ਦੇ ਦੌਰਾਨ ਵੀ ਦੇਖਿਆ ਕਿ ਜਦੋਂ ਇੱਕ ਸ਼ਹਿਰ ਨੂੰ ਕਿਹਾ ਜਾਂਦਾ ਸੀ ਕਿ ਇਹਨੂੰ ਬੰਦ ਕਰ ਦਿੱਤਾ ਗਿਆ, ਇੱਥੋਂ ਦੂਜੇ ਨਹੀਂ ਆ ਸਕਦੇ, ਤੇ ਸਾਡੇ ਜਿਹੜੇ ਸ਼ਹਿਰ ਨੇ ਉਹ ਇਦਾਂ ਨਹੀਂ ਹੈਗੀ ਕਿ ਕੋਈ ਡੱਬਾ ਬੰਦ ਆ ਜਾਂ 2 ਹੀ ਰਸਤੇ ਅੰਦਰ ਆਉਂਦੇ ਨੇ ਤੇ 2 ਹੀ ਬਾਹਰ ਨਿਕਲਦੇ ਨੇ। ਦਿੱਲੀ ਨੂੰ ਜਾਣ ਦੇ ਬਹੁਤ ਸਾਰੇ ਰਸਤੇ ਨੇ, ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੋਕਦੇ ਆ, ਇਹ ਗੱਲ ਅਸੀਂ ਪਹਿਲਾਂ ਵੀ ਸਾਹਮਣੇ ਆਈ ਹੈ, ਫਿਰ ਉਹ ਹੋਰ ਵਿਰੋਧ ਜਿਹੜਾ ਸਾਹਮਣੇ ਆਉਂਦਾ। ਤੇ ਟਰੈਕਟਰ ਰੈਲੀ ਦੀ ਜਿੱਦਾਂ ਗੱਲ ਆ, ਬਹੁਤ ਦਿਨਾਂ ਤੋਂ ਇਹਦੀ ਜਿਹੜੀ ਤਿਆਰੀ ਆ ਚੱਲ ਰਹੀ ਆ। ਅਸੀਂ ਬਹੁਤ ਵਾਰ ਸੁਣਿਆ ਛੋਟੀਆਂ-ਛੋਟੀਆਂ ਖਬਰਾਂ ਦੇ ਵਿੱਚ, ਕਿਸੇ ਨੇ ਟਰੈਕਟਰ ਨੂੰ ਕੁਛ ਲਵਾ ਲਿਆ ਹੈ, ਕਿਸੇ ਨੇ ਉਹਦੀ ਹਾਰਸ ਪਾਵਰ ਵਧਾ ਲਈ ਆ, ਕਿਸੇ ਨੇ ਉਹਨੂੰ ਜੰਗਲਾ ਲਾ ਲਿਆ, ਕਿਸੇ ਨੇ ਉਹਦੇ ਮੋਰੇ ਬੰਪਰ ਇਦਾਂ ਦਾ ਲਾ ਲਿਆ ਕਿ ਉਹਨਾਂ ਬੈਰੀਕੇਡ ਜਿਹੜੇ ਆ ਉਹ ਪੁਸ਼ ਅਪ ਕੀਤੇ ਜਾ ਸਕਣ। ਕਿਸਾਨ ਬਿਲਕੁਲ ਪੂਰੀ ਆਪਣੀ ਤਾਕਤ ਨਾਲ ਇਸ ਚੀਜ਼ ਨੂੰ ਦਿਖਾਉਣ ਲਈ ਤਿਆਰ ਨੇ, ਕਿਉਂਕਿ ਉੱਥੋਂ ਅਨਾਉਂਸ ਹੋਇਆ ਸੀ ਕਿ ਅਸੀਂ 1 ਲੱਖ ਤੋਂ ਜ਼ਿਆਦਾ ਟਰੈਕਟਰ ਲੈ ਕੇ ਜਾਵਾਂਗੇ, ਤੇ ਮੈਨੂੰ ਲੱਗਦਾ ਆ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਦੀ ਗੱਲ ਪੂਰੀ ਹੋਵੇਗੀ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਉੱਥੇ ਪਹੁੰਚਣਗੇ। ਅਮਰਿਤ ਜੀ, ਆਪਾਂ 26 ਦੀ ਤਿਆਰੀ ਤਾਂ ਕਰ ਲਈ ਹੈ, ਪਰ 26 ਦੀ ਤਿਆਰੀ ਦੇ ਦੌਰਾਨ ਮੈਨੂੰ ਯਾਦ ਆਇਆ ਕਿ ਮੀਟਿੰਗ 'ਚ ਨਾ ਇੱਕ ਹੋਰ ਮੁੱਦਾ ਵੀ ਬੜੇ ਚੰਗੇ ਤਰੀਕੇ ਨਾਲ ਉਭਾਰਿਆ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ। ਉਹ ਸੀ NIA ਵੱਲੋਂ ਜਿਹੜੇ ਸੰਮਨ ਜਾਰੀ ਕੀਤੇ ਗਏ ਨਾ, ਉਹਦੇ ਬਾਰੇ ਅੱਗੋਂ ਖੇਤੀ ਮੰਤਰੀ ਨੇ ਕੀ ਜਵਾਬ ਦਿੱਤਾ, ਜਾਂ ਕਿਸਾਨੀ ਆਗੂਆਂ ਨੇ ਜਾਂ ਕਿਸਾਨ ਆਗੂਆਂ ਨੇ ਕੀ ਪੁੱਛਿਆ ਖੇਤੀ ਮੰਤਰੀ ਨੂੰ ਇਸ ਬਾਰੇ? ਪਰਮਿੰਦਰ ਜੀ, ਗੱਲ ਬਿਲਕੁਲ ਉਸੇ ਪੁਆਇੰਟ ਤੇ ਆ ਕਿ ਪਹਿਲਾਂ ਤੇ ਕਿਸਾਨ ਚਾਹੁੰਦੇ ਸੀ ਕਿ ਸਾਡੀ ਗੱਲ ਸੁਣ ਲਈ ਜਾਂਦੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ, ਪਰ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਕਿ ਸਰਕਾਰ ਇਸ ਗੱਲ ਨੂੰ ਫੇਲ ਹੋਈ, ਇਸ ਗੱਲ ਦੇ ਵਿੱਚ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ 'ਚ ਤੇ ਇਹਨਾਂ ਦੇ ਜ਼ੋਰ ਅਜਮਾਇਸ਼ 'ਚ ਲੱਗੀ ਰਹੀ, ਤੇ ਸਰਕਾਰ ਨੇ ਬਹੁਤ ਤਰੀਕਿਆਂ ਨਾਲ ਇਸ ਅੰਦੋਲਨ ਨੂੰ ਖਰਾਬ ਕਰਨ ਦਾ ਯਤਨ ਵੀ ਕੀਤਾ। ਤੇ ਗੱਲ ਉੱਥੇ ਹੀ ਆ ਗਈ ਕਿ ਹੁਣ ਕਿਸਾਨਾਂ ਨੇ ਦਬਾਅ ਜਿਹੜਾ ਸੀ ਉਹ ਬਣਾ ਲਿਆ, ਉਹ ਰਾਸ਼ਟਰੀ ਵੀ ਆ ਤੇ ਅੰਤਰਰਾਸ਼ਟਰੀ ਵੀ ਆ, ਤਾਕਤ ਨਾਲ ਵੀ ਆ ਤੇ ਦੂਜੀ ਤਰੀਕੇ ਨਾਲ ਵੀ ਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਦੋ ਯੰਗ ਬੰਦੇ ਨੇ, ਉਹਨਾਂ ਨੇ ਇੱਕ ਕਾਰ ਲੈ ਕੇ ਤੇ ਪੂਰੇ ਹਿੰਦੁਸਤਾਨ ਦਾ ਦੌਰਾ ਸ਼ੁਰੂ ਕੀਤਾ। ਦਿੱਲੀ ਤੋਂ ਹੀ ਤੁਰੇ ਨੇ, ਉਹ ਕਾਫਲਾ ਕਰਕੇ ਉਹਨਾਂ ਨੇ ਨਾਮ ਰੱਖਿਆ, ਸਾਰੀ ਗੱਡੀ 'ਤੇ ਉਹਨਾਂ ਨੇ ਸਟicker ਲਾਏ ਨੇ ਆਲੇ ਦੁਆਲੇ, ਤੇ ਉਹਨਾਂ ਨੇ ਤਹਈਆ ਇਹ ਕੀਤਾ ਕਿ ਅਸੀਂ ਸਾਰਾ ਹਿੰਦੁਸਤਾਨ ਘੁੰਮਣਾ, ਵੱਖ-ਵੱਖ ਜਗ੍ਹਾ ਦੇ ਉੱਤੇ ਲੋਕਾਂ ਨੂੰ ਜਾ ਕੇ ਦੱਸਣਾ ਹੈ ਕਿ ਇਹ ਅੰਦੋਲਨ ਕੀ ਹੈ, ਕਿਸਾਨਾਂ ਦੀਆਂ ਸਮੱਸਿਆਵਾਂ ਕੀ ਹਨ, ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਇਹ ਗੱਲ ਦੱਸੀ ਹੈ ਕਿ ਸਾਨੂੰ ਤਾਂ MSP ਦਾ ਪਤਾ ਹੀ ਨਹੀਂ ਸੀ। ਸੋ ਹੁਣ ਇਹ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਹਾਲਾਂਕਿ ਰਾਜੇਵਾਲ ਸਾਹਿਬ ਨੇ ਕਿਹਾ ਕਿ ਇਹਨੂੰ ਕਿਸਾਨੀ ਅੰਦੋਲਨ ਰਹਿਣ ਦਿਓ, ਪਰ ਹੁਣ ਇਹ ਲੋਕ ਲਹਿਰ ਬਣ ਗਈ, ਮਤਲਬ ਜਨ ਅੰਦੋਲਨ ਬਣ ਗਿਆ। ਬਿਲਕੁਲ ਜਨ ਅੰਦੋਲਨ ਬਣ ਗਿਆ। ਹੁਣ ਬਹੁਤ ਸਾਰੇ ਲੋਕ ਇਹਦੇ ਵਿੱਚ ਜੁੜ ਰਹੇ ਨੇ ਰੋਜ਼ ਦੀ ਰੋਜ਼। ਕਿਸਾਨਾਂ ਨੇ ਵੀ, ਕਿਸਾਨ ਜਥੇਬੰਦੀਆਂ ਨੇ ਵੀ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਅਸੀਂ 15 ਦਿਨ ਮਨਾਵਾਂਗੇ, ਪੂਰੇ 15 ਦਿਨ ਅਸੀਂ ਪੂਰੇ ਭਾਰਤ ਵਿੱਚ ਲੋਕਾਂ ਨੂੰ ਆਪਣੇ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਸ਼ਹਿਰਾਂ 'ਚ ਭੇਜਾਂਗੇ। ਇਸੇ ਤਰੀਕੇ ਨਾਲ 2 ਆਗੂ ਪਿਛਲੇ ਦਿਨੀ ਬੰਬੇ ਸੀ, ਉਹਨਾਂ ਨੇ ਉੱਥੇ ਜਾ ਕੇ ਬਹੁਤ ਸਾਰੇ ਕਿਸਾਨਾਂ ਨੂੰ ਮਿਲ ਕੇ, ਜਥੇਬੰਦੀਆਂ ਨਾਲ ਮਿਲ ਕੇ ਆਪਣੀਆਂ ਗੱਲਾਂ ਤੇ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਡਮ ਮੇਧਾ ਪਾਟੇਕਰ ਵੀ ਉਹਨਾਂ ਦੇ ਨਾਲ ਸੀ। ਤੇ ਇਸੇ ਤਰ੍ਹਾਂ ਜਦੋਂ ਸਰਕਾਰ ਨੇ ਇਸ ਜ਼ੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵਿੱਚ NI ਦੇ ਨੋਟਿਸਾਂ ਦੀ ਗੱਲ ਕੀਤੀ ਸੀ। ਅਸੀਂ ਪਿਛਲੇ ਪ੍ਰੋਗਰਾਮਾਂ 'ਚ ਅਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਆਏ, ਜਿਨ੍ਹਾਂ 'ਚ ਖਾਲਸਾ ਏਡ ਵਰਗੀਆਂ ਸੰਸਥਾਵਾਂ ਵੀ ਸੀ। ਤੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਜਦੋਂ ਕਿਸਾਨਾਂ ਨੇ ਇਹ ਮੁੱਦਾ ਮੰਤਰੀਆਂ ਕੋਲੇ ਉਠਾਇਆ, ਮਿਨਿਸਟਰਸ ਕੋਲ, ਕਿ ਜਿਹੜੇ ਇਹ ਨੋਟਿਸ ਨੇ ਇਹ ਗੈਰ ਵਾਜਿਬ ਨੇ ਤੇ ਗਲਤ ਨੇ, ਤੇ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਜਿਹੜਾ ਕਿ ਲਾਜ਼ਮੀ ਸੀ, ਉਹ ਹੋਰ ਕੀ ਕਰ ਸਕਦੇ ਆ, ਹੁਣ ਪ੍ਰੈਸ਼ਰ 'ਚ ਨੇ। ਉਹਨਾਂ ਨੇ ਇਸ ਗੱਲ ਦੇ ਉੱਤੇ ਭਰੋਸਾ ਦਿਵਾਇਆ ਕਿ ਕਿਸੇ ਵੀ ਨਿਰਦੋਸ਼ ਦੇ ਉੱਤੇ ਕਾਰਵਾਈ ਜਿਹੜੀ ਉਹ ਨਹੀਂ ਹੋਵੇਗੀ, ਉਹ ਇੱਕ ਰੂਟੀਨ ਦੀ ਜਿਹੜੇ ਨੋਟਿਸ ਨੇ। ਤੇ ਇਸੇ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਸ਼ਿਮਲੇ ਦੇ ਵਿੱਚ ਵੀ ਆ, ਪੂਰੇ ਭਾਰਤ ਵਿੱਚ ਇਹ ਵੱਖ-ਵੱਖ ਥਾਵਾਂ ਦੇ ਉੱਤੇ, ਖਾਸ ਤੌਰ ਤੇ ਉੱਥੇ ਦੇਖਣ ਨੂੰ ਮਿਲਿਆ ਜਿੱਥੇ BJP ਦੀਆਂ ਸਰਕਾਰਾਂ ਸੀ। ਤੇ ਇਸ ਦੇ ਨਾਲ ਹੀ ਜਿੱਥੇ BJP ਦੀਆਂ ਸਰਕਾਰਾਂ ਨਹੀਂ ਸੀ, ਉੱਥੇ ਕਿਸਾਨ ਵਿਰੋਧੀ ਗੱਲਾਂ ਨਹੀਂ ਹੋਈਆਂ, ਪਰ ਸਰਕਾਰ ਵਿਰੋਧੀ ਗੱਲਾਂ ਉੱਥੇ ਵੀ ਹੋ ਰਹੀਆਂ। ਅਸੀਂ ਪੰਜਾਬ ਦੀ ਗੱਲ ਕਰਦੇ ਸੀ, ਤੇ ਇੱਥੇ ਜਿਹੜਾ ਵਿਕਾਸ ਫੰਡ ਆ ਭਾਰਤ ਸਰਕਾਰ ਨੇ ਜੋ ਪੰਜਾਬ ਸਰਕਾਰ ਨੂੰ ਦੇਣਾ ਹੁੰਦਾ, ਉਹਦੇ 'ਚ ਵੀ ਬਹੁਤ ਸਾਰੀਆਂ ਰੁਕਾਵਟਾਂ ਸਾਡੇ ਸਾਹਮਣੇ ਆਈਆਂ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਇਹਨਾਂ ਦੀ ਗੱਲ ਹੁੰਦੀ ਸੀ ਕਰੋਨਾ ਦੇ ਮਾਮਲੇ ਦੇ ਵਿੱਚ,
ਤਦ ਵੀ ਗੱਲਾਂ ਇਹ ਸਾਹਮਣੇ ਆਈਆਂ ਕਿ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਨਾ ਪਿਆ। ਤੇ ਇਸੇ ਤਰ੍ਹਾਂ GST ਦੇ ਵਿੱਚ ਜਦੋਂ ਰਿਟਰਨ ਦੀ ਗੱਲ ਹੁੰਦੀ ਹੈ, ਕਿਉਂਕਿ GST ਜਿਹੜੀ ਉਹ ਕਲੈਕਸ਼ਨ ਸੈਂਟਰ ਕਰਦੀ ਹੈ ਤੇ ਬਾਅਦ ਵਿੱਚ ਸਟੇਟ ਨੂੰ ਹਿੱਸਾ ਦਿੱਤਾ ਜਾਂਦਾ, ਤੇ ਉਹ ਜਿਹੜੀਆਂ ਸਾਰੀਆਂ ਚਾਲਾਂ ਸੀ ਸਰਕਾਰ ਨੇ ਚੱਲੀਆਂ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਦੀ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਕਦੇ ਮਾਓਵਾਦੀਆਂ ਦੀ ਗੱਲ ਕੀਤੀ, ਕਦੇ ਉਹਦੀ ਐਂਟੀ ਨੈਸ਼ਨਲ ਹੋਣ ਦੀ ਗੱਲ ਕੀਤੀ, ਪਰ ਉਹ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਕਿਤੇ ਨਾ ਕਿਤੇ ਉਸ ਦਬਾਅ ਨੂੰ ਵਧਾਉਂਦੀਆਂ ਹੀ ਗਈਆਂ। ਉਹ ਕਹਿੰਦੇ ਨਾ ਮਰਜ਼ ਬੜਤਾ ਹੀ ਗਿਆ ਯੂੰ ਦਬਾ ਕੇ। ਸਰਕਾਰ ਨੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਇਸ ਅੰਦੋਲਨ ਨੂੰ ਦਬਾਉਣ ਲਈ, ਉਹ ਜਿਹੜੀਆਂ ਉਹਨਾਂ ਦੇ ਸਾਹਮਣੇ ਉਲਟ ਹੋ ਕੇ ਸਾਹਮਣੇ ਆਈਆਂ। ਤੇ ਇਹ ਬਹੁਤ ਵੱਡਾ ਅੰਦੋਲਨ ਹੈ। ਇਹਦੇ 'ਚ ਤਾਂ ਹੁਣ ਇਹ ਗੱਲਾਂ ਹੋਣ ਲੱਗ ਗਈਆਂ ਕਿ ਇਹਨੂੰ ਪੜ੍ਹਿਆ ਜਾਵੇ, ਇਹਨੂੰ ਵਾਚਿਆ ਜਾਵੇ ਕਿ ਸੰਗਠਨ ਜਿਹੜੇ ਨੇ ਉਹ ਚਲਾਏ ਕਿਵੇਂ ਜਾਂਦੇ ਨੇ ਤੇ ਅੰਦੋਲਨ ਕੀਤੇ ਕਿਵੇਂ ਜਾਂਦੇ ਨੇ ਤੇ ਸ਼ਾਂਤੀਮਈ ਤਰੀਕੇ ਨਾਲ ਆਪਣੀ ਗੱਲ ਕਿਵੇਂ ਰੱਖੀ ਜਾ ਸਕਦੀ। ਜੀ ਵੈਸੇ ਸ਼ੁਰੂਆਤ ਜਦੋਂ ਹੋਈ ਸੀ ਨਾ, ਉਦੋਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਇੰਨਾ ਵੱਡਾ ਅੰਦੋਲਨ ਬਣ ਜਾਏਗਾ, ਹਨਾ। ਉਹ ਤਾਂ ਗਏ ਸੀ ਬਸ 2-3 ਦਿਨ ਉੱਥੇ ਲਾਵਾਂਗੇ, ਸਰਕਾਰ ਨੂੰ ਥੋੜਾ ਜਗਾਵਾਂਗੇ, ਪਰ ਮੈਨੂੰ ਲੱਗਦਾ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਸੀ। ਨਹੀਂ, ਹੁਣ ਜਾਗੂਗੀ। ਤੇ ਅੰਮ੍ਰਿਤ ਜੀ, ਅਗਲੀ ਗੱਲ ਵੱਲ ਆਈਏ ਤੇ ਵਿਦੇਸ਼ਾਂ ਦੇ ਵਿੱਚ ਵੀ NIA ਦੀ ਕਾਰਵਾਈ ਦੀ ਚਰਚਾ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ। ਅਸੀਂ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਗੱਲ ਕਰੀਏ, ਇਹ ਗੱਲ ਬਿਲਕੁਲ ਸਹੀ ਆ। ਮੈਂ ਉਹੀ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜਿੰਨੀ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਆ, ਉਹਦਾ ਵਿਰੋਧ ਉਹਨਾਂ ਨੂੰ ਝੱਲਣਾ ਪਿਆ ਤੇ ਉਹ ਜਿਹੜਾ ਅੰਦੋਲਨ ਹੈ ਉਹ ਵੱਡਾ ਹੋ ਕੇ ਸਾਹਮਣੇ ਆਇਆ। ਜਦੋਂ 26 ਜਨਵਰੀ ਲਈ ਵਿਦੇਸ਼ੀ ਗੈਸਟ ਆਉਣ ਦੀ ਗੱਲ ਸੀ, ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀ, ਤੇ ਉੱਥੇ ਜਿਹੜੇ ਸਾਡੇ ਲੋਕ ਨੇ, ਜਿਹੜੇ MP ਨੇ, ਉਹਨਾਂ ਨੇ ਉੱਥੇ ਉਹਨਾਂ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਤੁਸੀਂ ਨਾ ਜਾਓ ਕਿਉਂਕਿ ਉੱਥੇ ਅੰਦੋਲਨ ਹੋ ਰਿਹਾ। ਤੇ ਉਹ ਗੱਲ ਸਾਡੇ ਸਾਹਮਣੇ ਆਈ। ਤੇ ਹੁਣ ਜਿਹੜੇ NIA ਦੇ ਨੋਟਿਸ ਆ, ਉਹਨਾਂ ਦੀ ਗੱਲ ਵੀ ਕੱਲ ਸਾਡੇ ਜਿਹੜੇ ਪੰਜਾਬ ਤੋਂ ਇੱਕ MP ਨੇ, ਢੇਸੀ ਸਾਹਿਬ, ਉਹਨਾਂ ਨੇ ਉੱਥੇ ਗੱਲ ਕੀਤੀ ਸੰਸਦ ਦੇ ਵਿੱਚ ਕਿ ਕਿਸਾਨ ਜਿਹੜੇ ਅੰਦੋਲਨ ਕਰਦੇ ਆ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਸਰਕਾਰ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ। ਗੱਲ ਉੱਥੇ ਦੀ ਉੱਥੇ ਆ ਪਰਮਿੰਦਰ ਜੀ, ਕਿ ਜੋ ਤੁਸੀਂ ਕਰ ਰਹੇ ਆ ਉਹਨੂੰ ਸਿਰਫ ਔਰ ਸਿਰਫ ਸਹੀ ਫੋਕਸ ਲੈ ਕੇ ਕੀਤਾ ਜਾਵੇ। ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਮਸਲੇ ਨੂੰ ਹੱਲ ਕਰਦੀ, ਨਾ ਕਿ ਇਹਨੂੰ ਤੋੜਨ ਦੇ ਯਤਨ ਕੀਤੇ ਜਾਣ। ਜੀ, ਤੇ ਇਸ ਵੇਲੇ ਆਪਾਂ ਜੋੜਨਾ ਹੈ ਅਗਲੇ ਮੁੱਦੇ ਨੂੰ ਇਸ ਪ੍ਰੋਗਰਾਮ 'ਚ, ਪਰ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦੇ ਵੱਲ ਵਧਦੇ ਹਾਂ। ਤੇ ਅੰਮ੍ਰਿਤ ਜੀ, ਗੱਲ ਕਰੀਏ ਅਮਰੀਕਾ ਦੀ। ਅਮਰੀਕਾ ਦੀ ਕਮਾਨ ਆ ਗਈ ਹੈ ਹੁਣ ਜੋ ਬਾਈਡਨ ਦੇ ਹੱਥ। ਜੀ, ਬੜਾ ਵੱਡਾ ਅਹੁਦਾ ਹੈ, ਉਮਰ ਵੀ ਵੱਡੀ ਹੈ ਜੀ, ਤੇ ਕੰਮ ਵੱਡਿਆਂ ਦੀ ਉਮੀਦ ਕੀਤੀ ਜਾ ਰਹੀ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਕਿਹਾ ਜਾਂਦਾ ਹੈ। ਹਾਂ, ਮਹਾਸ਼ਕਤੀ ਦਾ ਮਤਲਬ ਮੁਖੀ। ਬਿਲਕੁਲ, ਰਾਸ਼ਟਰਪਤੀ। ਤੇ ਰਾਸ਼ਟਰਪਤੀ ਨੇ ਸਹੁੰ ਚੁੱਕ ਲਈ ਹੈ। ਸਹੁੰ ਚੁੱਕਦਿਆਂ ਨਾਲ ਹੀ ਐਕਸ਼ਨ ਦੇ ਵਿੱਚ ਨੇ ਪੂਰੀ ਤਰ੍ਹਾਂ। ਕੀ ਉਹਨਾਂ ਨੇ ਪਹਿਲੇ ਦਿਨ ਹੀ ਕਾਰਵਾਈਆਂ ਪਾ ਦਿੱਤੀਆਂ, ਉਹਦੇ ਬਾਰੇ ਦੱਸ ਦਿਓ। ਬਹੁਤ ਅਸੀਂ ਅਖਬਾਰਾਂ 'ਚ ਵੀ ਦੇਖ ਲਿਆ, TV ਚੈਨਲ 'ਤੇ ਵੀ ਦੇਖਿਆ ਕਿ ਜੋ ਬਾਈਡਨ ਜਿਹੜੇ ਆ 3 ਨਵੰਬਰ ਨੂੰ ਚੋਣਾਂ ਹੋਈਆਂ ਸੀ। 3 ਨਵੰਬਰ ਨੂੰ ਹੋਈਆਂ ਸੀ ਚੋਣਾਂ। ਉਸ ਤੋਂ ਬਾਅਦ ਰਿਜ਼ਲਟ ਆਏ ਤੇ ਉਹ ਪ੍ਰਧਾਨ ਰਾਸ਼ਟਰਪਤੀ ਜਿਹੜੇ ਸੀ ਚੁਣੇ ਗਏ ਸੀ। ਮਤਲਬ ਇਹ ਸੌਖਾ ਨਹੀਂ ਸੀ ਕੰਮ, ਵਿੱਚ ਲੜਾਈ ਝਗੜੇ ਵੀ ਹੋ ਗਏ ਨਾ, ਬੜਾ ਕੁਝ ਹੋਇਆ। ਬੜੀਆਂ ਗਿਣਤੀਆਂ ਦੁਬਾਰਾ ਕਰਨ ਦੀ ਗੱਲ ਕੀਤੀ। ਟਰੰਪ ਸਾਹਿਬ ਨੇ ਇਹਨੂੰ ਨਾ ਮੰਨਣ ਦੀ ਵੀ ਗੱਲ ਕੀਤੀ ਤੇ ਬਹੁਤ ਰੋਲ ਘਚੋਲੇ ਵਾਲਾ ਇਲੈਕਸ਼ਨ ਇਹ ਲਿਆ। ਤੇ ਉਦੋਂ ਹੀ ਅਸੀਂ ਗੱਲ ਕੀਤੀ ਸੀ ਕਿ ਇਲੈਕਸ਼ਨ ਜਿਹੜਾ ਉੱਥੇ ਉਹਨਾਂ ਸਿਸਟਮੈਟਿਕ ਵੀ ਨਹੀਂ ਹੈਗਾ। ਵੋਟਰ ਸੂਚੀਆਂ ਵੀ ਨਹੀਂ ਹੈਗੀਆਂ। ਹਰ ਇੱਕ ਬੰਦੇ ਲਈ ਵੋਟ ਬਣਾਉਣੀ ਜਾਂ ਪਾਉਣੀ ਕੋਈ ਜ਼ਰੂਰੀ ਨਹੀਂ ਹੈ। ਹਾਲਾਂਕਿ ਸਾਡੇ ਵੀ ਇੱਥੇ ਬਹੁਤ ਸਾਰੇ ਲੋਕ ਵੋਟ ਨਹੀਂ ਕਰਦੇ, ਪਰ ਉੱਥੇ ਬਹੁਤ ਸਾਰੀਆਂ ਬੇਨਿਯਮੀਆਂ ਉਹਦੇ ਵਿੱਚ ਸਾਹਮਣੇ ਆਈਆਂ, ਪਹਿਲਾਂ ਵੀ ਆਉਂਦੀਆਂ ਰਹੀਆਂ। ਜਦੋਂ ਪਿਛਲੀ ਇਲੈਕਸ਼ਨ ਹੋਈ ਸੀ, ਸਾਨੂੰ ਯਾਦ ਆ, ਜਦੋਂ ਟਰੰਪ ਬਣੇ ਸੀ, ਉਦੋਂ ਵੀ ਇਸ ਗੱਲ ਦੀ ਸਾਹਮਣੇ ਆਈ ਸੀ ਗੱਲ ਕਿ ਰੂਸ ਦਾ ਉਹਦੇ 'ਚ ਦਖਲ ਸੀਗਾ, ਟੈਕਨੋਲੋਜੀ ਦੀ ਉਹ 'ਚ ਵਰਤੋਂ ਹੋਈ ਆ, ਸਰਵਰ ਹੈਕ ਹੋਇਆ, ਬਹੁਤ ਸਾਰੀਆਂ ਗੱਲਾਂ ਉੱਥੇ ਸਾਹਮਣੇ ਆਉਂਦੀਆਂ ਰਹੀਆਂ। ਪਰ ਹੁਣ ਗੱਲ ਇੱਥੇ ਪਹੁੰਚੀ ਆ ਕਿ 20 ਜਨਵਰੀ ਨੂੰ ਅਖੀਰ ਦੁਨੀਆ ਦੇ ਥਾਣੇਦਾਰ ਦੀ ਨਿਯੁਕਤੀ ਹੋਈ ਆ ਦੁਬਾਰਾ। ਪਿਛਲੀ ਵਾਰ ਜੋ 4 ਸਾਲ ਦਾ ਸਮਾਂ ਰਿਹਾ, ਹਾਲਾਂਕਿ ਅਮਰੀਕਨਸ ਲਈ ਅਰਥ ਸ਼ਾਸਤਰੀ ਦੇ ਤੌਰ ਤੇ ਜਾਂ ਆਰਥਿਕ ਜਦੋਂ ਆਪਾਂ ਸੰਬੰਧਾਂ ਦੀ ਗੱਲ ਕਰੀਏ, ਆਰਥਿਕ ਹਾਲਾਤਾਂ ਦੀ ਗੱਲ ਕਰੀਏ, ਤੇ ਟਰੰਪ ਨੇ ਬਹੁਤ ਚੰਗਾ ਕੰਮ ਕੀਤਾ। ਜਦੋਂ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਉਹਨਾਂ ਨੇ ਇਹੋ ਜਿਹੇ ਫੈਸਲੇ ਦੁਨੀਆ ਦੇ ਵਿੱਚ ਕੀਤੇ ਜਿੱਥੇ ਉਹਨਾਂ ਦੀ ਸਰਾਹਨਾ ਕੀਤੀ ਜਾਂਦੀ ਹੈ, ਪਰ ਕਈ ਗੱਲਾਂ ਦੇ ਉੱਤੇ ਉਹ ਗਲਤ ਵੀ ਸਾਬਤ ਹੋਏ। ਮਤਲਬ ਬੜਬੋਲਾਪਨ ਉਹਨਾਂ ਨੂੰ ਲੈ ਬੈਠਾ ਕਿਤੇ ਨਾ ਕਿਤੇ। ਬੜਬੋਲਾਪਨ ਵੀ ਸੀਗਾ ਪਰਮਿੰਦਰ ਜੀ। ਇੱਕ ਤੇ ਜਿਹੜੀ ਉਹਨਾਂ ਦੀ ਨੀਤੀ ਉਹ ਹੋਈ ਸੀ ਨਾ, ਜਿਹੜੀ ਰੰਗ ਭੇਦ ਵਾਲੀ ਨੀਤੀ ਸੀ, ਉਹਦੇ 'ਚ ਉਹਨਾਂ ਨੂੰ ਬਹੁਤ ਗਲਤ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਉਹ ਫੇਲ ਸਾਬਤ ਹੋਏ, ਵਿਰੋਧ ਉਹਨਾਂ ਦਾ ਬਹੁਤ ਜ਼ਿਆਦਾ ਹੋਇਆ। ਤੇ ਆਮ ਜਿਹੜਾ ਸਾਡਾ ਉੱਥੇ ਦਾ ਸਮਾਜ ਆ, ਉਹ ਖੁੱਲ੍ਹਾ ਸਮਾਜ ਮੰਨਿਆ ਜਾਂਦਾ ਕਿ ਉੱਥੇ ਲੋਕ ਇਨਸਾਨੀਅਤ ਦੀ ਗੱਲ ਕਰਦੇ ਆ, ਰੰਗ ਭੇਦ ਦੀ ਗੱਲ ਆ, ਇਹੋ ਜਿਹੀਆਂ ਗੱਲਾਂ ਉੱਥੇ ਘੱਟ ਹੁੰਦੀਆਂ। ਹਾਲਾਂਕਿ ਬਹੁਤ ਸਾਰੇ ਲੋਕ ਹਨ, ਤਾਂ ਹੀ ਉਹਨਾਂ ਨੂੰ ਵੋਟਾਂ ਵੀ ਪਈਆਂ ਸੀ। ਤੇ ਉਸ ਤੋਂ ਬਾਅਦ ਜਿਹੜੀ ਗੱਲ ਹੋਈ ਸੀ ਕਰੋਨਾ ਦੀ, ਦੁਨੀਆ ਪਿਛਲੇ ਸਾਲ ਤੋਂ ਮਹਾਮਾਰੀ ਦੀ ਚਪੇਟ 'ਚ, ਤੇ ਉਹਨੂੰ ਉਹ ਚੰਗੇ ਤਰੀਕੇ ਦੇ ਨਾਲ ਹੈਂਡਲ ਕਰਨ 'ਚ ਫੇਲ ਹੋਏ। ਤੇ ਜਦੋਂ ਜੋ ਬਾਈਡਨ ਜਿਨ੍ਹਾਂ ਨੇ ਸਹੁੰ ਚੱਕੀ ਆ, 78 ਸਾਲ ਦੇ ਨੇ। ਇੱਕ ਇਹ ਵੀ ਗੱਲ ਆ ਕਿ ਦੁਨੀਆ ਦੇ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਨੇ ਹੁਣ ਤੱਕ ਦੇ 150-200 ਸਾਲ ਤੋਂ ਅਮਰੀਕਾ 'ਚ ਇਲੈਕਸ਼ਨਸ ਹੋ ਰਹੀਆਂ, ਤੇ ਉਹ ਸਭ ਤੋਂ ਉਮਰ ਦਰਾਜ਼ ਰਾਸ਼ਟਰਪਤੀ ਬਣੇ ਨੇ।
ਤੇ ਉਹਨਾਂ ਨੇ ਬਣਦਿਆਂ ਹੀ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਉਹ ਕਰੋਨਾ ਨੂੰ ਬਹੁਤ ਸੀਰੀਅਸਲੀ ਲੈਣ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਇੱਕ ਸਪੈਸ਼ਲ ਆਫਿਸ ਕਰੋਨਾ ਲਈ ਸਥਾਪਿਤ ਕਰੂੰਗਾ ਤੇ ਮਾਸਕ ਨੂੰ ਉਹਨਾਂ ਨੇ ਫੈਡਰਲ ਪ੍ਰਾਪਰਟੀ ਕਿਹਾ ਕਿ ਬਹੁਤ ਜ਼ਰੂਰੀ ਆ, ਹਰ ਬੰਦੇ ਨੂੰ ਮਾਸਕ ਪਾਉਣਾ ਪਵੇਗਾ। ਜੇ ਉਹ ਕਰੋਨਾ ਦੇ ਨਾਲ ਲੜ ਰਿਹਾ, ਫਰੰਟ ਲਾਈਨਰ ਆ, ਜਾਂ ਉਹ ਕਿਸੇ ਆਫਿਸ ਦੇ ਵਿੱਚ ਆ, ਤੇ ਫਿਰ ਉਹਨੂੰ ਸੋਸ਼ਲ ਡਿਸਟੈਂਸਿੰਗ ਵੀ ਜਿਹੜੀ ਆ ਸਾਹਮਣੇ ਰੱਖਣੀ ਪਊਗੀ। ਬੜੀ ਹੈਰਾਨੀ ਦੀ ਗੱਲ ਆ, ਜਦੋਂ ਤੋਂ ਅਸੀਂ ਕਰੋਨਾ ਨੂੰ ਦੇਖ ਰਹੇ ਆ, ਨਜਿੱਠ ਰਹੇ ਆ, ਤੇ ਅਸੀਂ ਸਾਰੇ ਮਾਹਰਾਂ ਦੀ ਗੱਲ ਇਹੀ ਸੁਣੀ ਆ ਕਿ ਬੰਦੇ ਤੋਂ ਬੰਦੇ ਦੀ ਜਿਹੜੀ ਦੂਰੀ ਆ ਉਹ ਜ਼ਰੂਰੀ ਆ ਤੇ ਮਾਸਕ ਪਾਉਣਾ ਜ਼ਰੂਰੀ ਆ। ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਗੱਲ ਨੂੰ ਨਕਾਰਿਆ। ਪਤਾ ਨਹੀਂ ਉਹਨਾਂ ਦੇ ਜ਼ਿਹਨ 'ਚ ਕੀ ਸੀ, ਕੀ ਨਹੀਂ ਸੀ। ਹਾਲਾਂਕਿ ਉਹਨਾਂ ਨੇ ਅਰਥ ਵਿਵਸਥਾ ਨੂੰ ਪਟੜੀ ਤੇ ਰੱਖਿਆ, ਪਰ 4 ਲੱਖ ਤੋਂ ਜ਼ਿਆਦਾ ਮੌਤਾਂ ਵੀ ਉਸੇ ਦੌਰਾਨ ਹੋਈਆਂ। ਸਭ ਤੋਂ ਜ਼ਿਆਦਾ ਲੋਕ ਵੀ ਉੱਥੇ ਹੀ ਸਾਹਮਣੇ ਆਏ ਬਿਮਾਰ, ਤੇ ਸਭ ਤੋਂ ਜ਼ਿਆਦਾ ਮੌਤਾਂ ਵੀ ਅਮਰੀਕਾ 'ਚ ਹੋਈਆਂ। ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਜੋ ਬਾਈਡਨ ਨੇ ਆਉਂਦਿਆਂ ਹੀ ਕੀਤੀਆਂ, ਉਹਨਾਂ 'ਚ ਬਹੁਤ ਮਹੱਤਵਪੂਰਨ ਗੱਲ ਸੀ ਪੈਰਿਸ ਸਮਝੌਤਾ 2015 ਦਾ, ਉਹਦੇ ਵਿੱਚ ਅਮਰੀਕਾ ਦੀ ਵਾਪਸੀ। ਇਹ ਸਮਝੌਤਾ ਪ੍ਰਦੂਸ਼ਣ ਨੂੰ ਲੈ ਕੇ ਆ ਕਿ ਧਰਤੀ ਨੂੰ ਗਰਮ ਹੋਣ ਤੋਂ ਬਚਾਇਆ ਜਾਵੇ। ਧਰਤੀ ਦੇ ਉੱਤੇ ਜਿਹੜਾ ਵੱਧ ਰਿਹਾ ਪ੍ਰਦੂਸ਼ਣ ਆ, ਉਹਦੇ ਲਈ ਵਿਕਸਿਤ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਪਰ ਟਰੰਪ ਸਾਹਿਬ ਆਪਣੇ ਬੜਬੋਲੇਪਨ ਦੇ ਤੌਰ ਤੇ ਉੱਥੇ ਵੀ ਇਹ ਗੱਲ ਕਹਿ ਰਹੇ ਸੀ ਕਿ ਭਾਰਤ, ਚੀਨ ਤੇ ਰੂਸ ਪ੍ਰਦੂਸ਼ਣ ਨੂੰ ਬਹੁਤ ਵਧਾ ਰਹੇ ਆ, ਜਦ ਕਿ ਅਸੀਂ ਇਹ ਗੱਲ ਪਹਿਲਾਂ ਵੀ ਬਹੁਤ ਵਾਰ ਦੇਖ ਚੁੱਕੇ ਹਾਂ ਕਿ ਜਿਹੜੇ ਵਿਕਸਿਤ ਦੇਸ਼ ਆ, ਜਿਹੜੇ ਮਾਡਰਨ ਲਾਈਫ ਦੀਆਂ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਦੇ ਆ, ਬਹੁਤ ਸਾਰੇ ਹਥਿਆਰਾਂ ਦੀ ਬਣਤਰ ਹੁੰਦੀ ਆ, ਬਹੁਤ ਸਾਰੀਆਂ ਹੋਰ ਇੰਡਸਟਰੀਜ਼ ਜਿਹੜੀਆਂ ਆ ਉੱਥੇ ਕੰਮ ਕਰਦੀਆਂ, ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਆਟੋਮੈਟਿਕ ਸਾਰਾ ਕੁਝ। ਬਿਲਕੁਲ। ਤੇ ਉਹਨਾਂ ਨੂੰ ਬਣਾਉਣ ਦੇ ਵਿੱਚ ਜਿੰਨੀ ਇੰਡਸਟਰੀ ਆ ਤੇ ਜਿੰਨਾ ਪ੍ਰਦੂਸ਼ਣ ਆ, ਉਹ ਸਾਰਾ ਉੱਥੋਂ ਜ਼ਿਆਦਾ ਹੁੰਦਾ। ਤੇ ਉਹਦੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ 2015 ਦੇ ਪੈਰਿਸ ਸਮਝੌਤੇ ਤੋਂ। ਤੇ ਬਾਈਡਨ ਨੇ ਆਉਂਦਿਆਂ ਹੀ ਉਸ ਸਮਝੌਤੇ 'ਚ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਨੇ। ਤੇ ਆਸ ਬਣਦੀ ਆ ਕਿ ਆਰਥਿਕ ਤੌਰ ਤੇ ਭਾਵੇਂ ਥੋੜਾ ਬਹੁਤ ਨੁਕਸਾਨ ਹੋਵੇਗਾ, ਪਰ ਦੁਨੀਆ ਨੂੰ ਸਾਫ਼ ਰੱਖਣ ਦੇ ਵਿੱਚ ਜੇ ਵਿਕਸਿਤ ਦੇਸ਼ ਆਪਣੀ ਭੂਮਿਕਾ ਨਿਭਾਉਂਦੇ ਆ, ਤੇ ਫਿਰ ਜਿਹੜੀ ਦੁਨੀਆ ਆ ਉਹਨੂੰ ਗ੍ਰੀਨ ਰੱਖਿਆ ਜਾ ਸਕੇਗਾ ਤੇ ਉਹ ਬਣੀ ਰਹੇਗੀ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ, ਜਾਂ ਮੈਂ ਇਸ ਗੱਲ ਦਾ ਆਪ ਮੁੱਦਾ ਹੀ ਰਹਿਣਾ ਕਿ ਜੀਣ ਲਈ 3 ਮੁੱਢਲੀਆਂ ਲੋੜਾਂ ਨੇ: ਸਾਫ਼ ਹਵਾ, ਸਾਫ਼ ਪਾਣੀ ਤੇ ਸਾਫ਼ ਭੋਜਨ। ਤੇ ਇਹ ਸਾਰੀਆਂ ਚੀਜ਼ਾਂ ਦੇ ਲਈ ਇੰਨੀ ਜ਼ਿਆਦਾ ਤਰੱਕੀ ਜਾਂ ਇੰਨੀ ਜ਼ਿਆਦਾ ਇੰਡਸਟਰੀਲਾਈਜੇਸ਼ਨ ਜਾਂ ਇੰਨੇ ਜ਼ਿਆਦਾ ਵਿਕਾਸ ਤੋਂ ਥੋੜਾ ਜਿਹਾ ਆਪਾਂ ਜੇ ਪੈਰ ਖਿੱਚ ਕੇ ਰੱਖੀਏ, ਜੇ ਆਪਾਂ ਸੀਮੈਂਟ ਦੇ ਜੰਗਲ ਥੋੜੇ ਘੱਟ ਵੀ ਬਣਾਈਏ, ਤੇ ਸਾਡਾ ਗੁਜ਼ਾਰਾ ਹੋ ਸਕਦਾ। ਕਿਉਂਕਿ ਅਸੀਂ ਪਿਛਲੇ ਦੌਰ ਦੇ ਵਿੱਚ ਦੇਖਿਆ, ਕਰੋਨਾ ਦੇ ਵਿੱਚ ਹੀ ਅਸੀਂ ਦੇਖਿਆ ਕਿ ਸਭ ਤੋਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਭੋਜਨ ਹੀ ਹੈ। ਮੈਂ ਨਹੀਂ ਕਹਿੰਦਾ ਕਿ ਤਰੱਕੀ ਨਾ ਕੀਤੀ ਜਾਵੇ, ਪਰ ਕੁਦਰਤ ਨਾਲ ਜਿੰਨੀ ਖਿਲਵਾੜ ਅਸੀਂ ਘੱਟ ਕਰੀਏ ਉਨੀ ਹੀ ਚੰਗੀ ਹੈ। ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕੀਤੀ ਆ, ਉਹ ਹੈਗੀ ਆ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਸੀ। ਟਰੰਪ ਸਾਹਿਬ ਦੀ ਇਸ ਗੱਲ ਤੇ ਸਰਾਹਨਾ ਵੀ ਕੀਤੀ ਸੀ ਅਮਰੀਕਨਜ਼ ਨੇ ਕਿ ਇਹਨਾਂ ਨੇ ਬਾਹਰਲੇ ਲੋਕਾਂ ਨੂੰ ਆਉਣਾ ਬੰਦ ਕਰਕੇ ਤੇ ਲੋਕਲਜ਼ ਨੂੰ ਜਿਹੜੀ ਆ ਨੌਕਰੀ ਆ ਉਹਦੇ 'ਚ ਪਹਿਲ ਦਿੱਤੀ ਆ, ਤੇ ਬਹੁਤ ਸਾਰੀਆਂ ਚੀਜ਼ਾਂ। ਕੁਝ ਉਹਨਾਂ ਨੇ H1B ਜਾਂ ਕੁਝ ਹੋਰ ਵੀਜ਼ਾਸ ਦੇ ਉੱਤੇ ਪਾਬੰਦੀਆਂ ਲਾਈਆਂ ਸੀ। ਮੈਕਸੀਕੋ ਦੇ ਦੁਆਲੇ, ਜਿਹੜੀ ਮੈਕਸੀਕੋ ਦਾ ਅਮਰੀਕਾ ਨਾਲ ਬਾਰਡਰ ਸੀ, ਉੱਥੇ ਕੰਧ ਬਣਾਉਣ ਦੀ ਯੋਜਨਾ ਵੀ ਸੀ। ਉਹਦੇ ਲਈ ਵੀ ਫੰਡਿੰਗ ਬਾਈਡਨ ਸਾਹਿਬ ਨੇ ਆਉਂਦਿਆਂ ਹੀ ਬੰਦ ਕਰ ਦਿੱਤੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਇੱਥੇ ਕਾਮੇ ਨੇ ਉਹਨਾਂ ਨੂੰ ਆਪਾਂ ਪੱਕੇ ਕਰਨ ਦੇ ਵਿੱਚ ਵੀ ਜਲਦ ਕਰਾਂਗੇ। ਤੇ ਅਸੀਂ ਜਾਣਦੇ ਹਾਂ ਪੰਜਾਬ ਦੇ ਤੋਂ ਜਾਂ ਭਾਰਤ ਤੋਂ ਬਹੁਤ ਸਾਰੇ ਲੋਕ ਉੱਥੇ ਟ੍ਰੇਨਡ ਵੀ ਤੇ ਦੂਜੇ ਤਰੀਕੇ ਨਾਲ ਵੀ ਜਾਂਦੇ ਨੇ, ਤੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਜਿੰਨੇ ਵੀ ਉੱਥੇ ਲੋਕ ਹਨ ਉਹਨਾਂ ਨੂੰ ਕੁਝ ਫਾਇਦਾ ਜ਼ਰੂਰ ਹੋਵੇਗਾ ਇਸ ਗੱਲ ਦੇ ਨਾਲ। ਇਸ ਦੇ ਨਾਲ ਨਾਲ ਇੱਕ ਜਿਹੜੀ ਹੋਰ ਗੱਲ ਉਹਨਾਂ ਨੇ ਕੀਤੀ ਆ, ਕੁਝ ਮੁਸਲਿਮ ਕੰਟਰੀਜ਼ ਦੇ ਨਾਲ ਟਰੰਪ ਸਾਹਿਬ ਨੇ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਸੀਗੀ ਜਾਣਾ ਆਉਣਾ ਉੱਥੇ। ਅਫਰੀਕਨ ਤੇ ਮੁਸਲਿਮ ਕੰਟਰੀਜ਼ ਸੀਗੀਆਂ ਸ਼ਾਇਦ ਉਹ, ਤੇ ਉਹਨੂੰ ਵੀ ਲੈ ਕੇ ਜੋ ਬਾਈਡਨ ਨੇ ਜਿਹੜਾ ਆ ਉਹ ਰੱਦ ਕੀਤਾ ਆ ਫੈਸਲਾ। ਉਹ ਸ਼ਾਇਦ ਕੁਝ ਮੁਸਲਿਮ ਕੰਟਰੀਜ਼ ਨੇ, ਸੁਡਾਨ ਆ, ਸੀਰੀਆ ਆ, ਈਰਾਨ ਆ, ਇਹ ਕੁਝ 1-2 ਹੋਰ ਕੰਟਰੀਜ਼ ਵੀ ਨੇ, ਉਹਦੇ ਤੇ ਵੀ ਉਹਨਾਂ ਨੇ ਜਿਹੜੀ ਆ ਮੋਹਰ ਪਹਿਲ ਦੇ ਆਧਾਰ ਤੇ ਹੀ ਲਾਈ ਹੈ। ਇਹ ਕੁਝ ਫੈਸਲੇ ਜਿਹੜੇ ਉਹਨਾਂ ਨੇ ਆਉਂਦਿਆਂ ਹੀ ਲਏ ਨੇ। ਉਹਨਾਂ ਨੇ ਇੱਕ ਟਵੀਟ ਵੀ ਕੀਤਾ ਸੀਗਾ ਕਿ ਸਾਡੇ ਕੋਲ ਵੇਸਟ ਕਰਨ ਲਈ ਸਮਾਂ ਨਹੀਂ ਹੈਗਾ, ਤੇ ਅਸੀਂ ਬਹੁਤ ਜਲਦੀ ਦੇ ਵਿੱਚ ਤੇ ਬਹੁਤ ਜ਼ਰੂਰੀ ਕੰਮ ਕਰਨੇ ਨੇ। ਇੱਕ ਫੈਸਲਾ ਜਿਹੜਾ ਹੋ ਰਿਹਾ ਉਹਨਾਂ ਦਾ, ਉਹ ਥੋੜਾ ਜਿਹਾ ਕੈਨੇਡਾ ਲਈ ਚੰਗਾ ਨਹੀਂ ਹੈਗਾ। ਸਾਨੂੰ ਉਹਦੇ ਨਾਲ ਕੀ ਫਰਕ ਪਏਗਾ ਕੀ ਨਹੀਂ ਪਏਗਾ ਜਦੋਂ ਉਹ ਲੇਟਰ ਆਉਂਦੇ ਆ। ਐਕਸੈਲ ਕੀਸਟੋਨ ਕਰਕੇ ਇੱਕ ਪਾਈਪਲਾਈਨ ਸੀ ਜਿਹੜੀ ਤੇਲ ਦੀ, ਜਿਹੜੀ ਅਮਰੀਕਾ ਤੋਂ ਜਾਣੀ ਸੀ ਤੇ ਕੈਨੇਡਾ ਨੂੰ ਉਹਦੀ ਸਪਲਾਈ ਸੀ, ਸ਼ਾਇਦ ਐਲਬਰਟਾ ਸਟੇਟ ਦੇ ਵਿੱਚ ਜਾਂਦੀ ਆ ਉਹ। ਕੋਈ 1900 ਮੀਟਰ ਲੰਬੀ ਤੇਲ ਲਾਈਨ ਆ, ਕਾਫੀ ਦੇਰ ਤੋਂ ਪ੍ਰਸਤਾਵਿਤ ਆ। ਓਬਾਮਾ ਦੇ ਟਾਈਮ ਤੇ ਵੀ ਉਹਨੂੰ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਜਿਹੜੇ ਕੁਦਰਤ ਪ੍ਰੇਮੀ ਆ ਜਾਂ ਪਰਿਆਵਰਣ ਦੀ ਗੱਲ ਜਦੋਂ ਅਸੀਂ ਕਰਦੇ ਸੀਗੇ, ਵਾਤਾਵਰਣ ਦੀ ਗੱਲ ਕਰਦੇ ਸੀ, ਤੇ ਉਹ ਸ਼ਾਇਦ ਉਹਦੇ ਲਈ ਨੁਕਸਾਨਦਾਇਕ ਸੀ। ਪਰ ਟਰੰਪ ਨੇ ਉਹਨੂੰ ਚਾਲੂ ਕਰ ਦਿੱਤਾ ਸੀ, ਉਹਦੇ ਤੇ ਕੰਮ ਸ਼ੁਰੂ ਕਰਤਾ ਸੀ। ਇਹਨਾਂ ਨੇ ਆਉਂਦਿਆਂ ਹੀ ਉਹਨੂੰ ਰੋਕ ਦਿੱਤਾ ਹੈ। ਤੇ ਜਸਟਿਨ ਟਰੂਡੋ ਨੇ ਹਾਲਾਂਕਿ ਉੱਤੇ ਹੈਰਾਨੀ ਵੀ ਪ੍ਰਗਟਾਈ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਕਿ ਉਹ ਜਿਹੜਾ ਆ ਉਹ ਸਾਡੇ ਆਪਸੀ ਸੰਬੰਧਾਂ ਦੇ ਵਿੱਚ ਥੋੜਾ ਜਿਹਾ ਜਿਹੜਾ ਆਰਥਿਕ ਵਿਕਾਸ ਆ ਉਹਨੂੰ ਰੋਕੇਗੀ। ਤੇ ਇਹਦੇ ਨਾਲ ਨਾਲ ਇੱਕ ਖਬਰ ਇਹ ਵੀ ਸੀ ਕਿ
ਬਾਈਡਨ ਨੇ ਸਹੁੰ ਚੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਫੋਨ ਕਾਲ ਵਿਦੇਸ਼ੀ ਕਿਸੇ ਆਪਣੇ ਰਾਸ਼ਟਰ ਮੁਖੀ ਨੂੰ ਕਰਨੀ ਹੈ, ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਹੀ ਗੱਲ ਕਰਨੀ ਹੈ। ਹੋ ਸਕਦਾ ਇਸੇ ਮੁੱਦੇ ਤੇ ਉਹਨਾਂ ਦੀ ਕੋਈ ਗੱਲਬਾਤ ਹੋਵੇ। ਤੋਂ ਬਾਈਡਨ ਦਾ ਆਉਂਦਿਆਂ ਹੀ ਇਸ ਚੀਜ਼ ਨੂੰ ਦੇਖਣਾ, ਉਹ ਰਿਪਬਲਿਕਨਸ ਤੇ ਡੈਮੋਕ੍ਰੈਟਸ ਦਾ ਡਿਫਰੈਂਸ ਹੈਗਾ। ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਸੀ ਉਹਨਾਂ ਨੇ ਇਹਨਾਂ ਨੂੰ ਸਟਾਪ ਕਰਕੇ ਤੇ ਕੁਝ ਆਪਣੇ ਜਿਹੜੇ ਕੰਮ ਕਰਨ ਦਾ ਤਰੀਕਾ ਅਪਣਾਇਆ। ਦੇਖਦੇ ਆਉਣ ਵਾਲੇ ਟਾਈਮ 'ਚ ਕੀ ਹੁੰਦਾ। ਚਲੋ ਇਹ ਕੰਮ ਦਾ ਸਟਾਈਲ ਤਾਂ ਪਤਾ ਲੱਗ ਜਾਏਗਾ ਸਮੇਂ ਦੇ ਨਾਲ ਨਾਲ। ਅੰਮ੍ਰਿਤ ਜੀ, ਆਪਾਂ ਰਾਸ਼ਟਰਪਤੀ ਦੇ ਬਾਰੇ 'ਚ ਤਾਂ ਗੱਲ ਕਰ ਲਈ, ਤੇ ਹੁਣ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਗੱਲ ਕਰੀਏ, ਉਹ ਵੀ ਉਨਾ ਹੀ ਮਹਾਨ ਹੈ ਜੀ, ਪਰ ਉਹ ਇਸ ਕਰਕੇ ਜ਼ਿਆਦਾ ਸਾਨੂੰ ਵੱਡਾ ਲੱਗ ਰਿਹਾ ਹੈ ਕਿਉਂਕਿ ਉਸ ਕੁਰਸੀ ਤੇ ਜੋ ਬਿਰਾਜਮਾਨ ਹੋਣ ਵਾਲੀ ਸ਼ਖਸੀਅਤ ਹੈ ਨਾ, ਉਹ ਹੈ ਭਾਰਤੀ ਮੂਲ ਦੀ ਜੀ ਕਮਲਾ ਹੈਰਿਸ। ਬੜੇ ਮਾਣ ਨਾਲ ਅਸੀਂ ਨਾਮ ਲੈਂਦੇ ਹਾਂ। ਇਸ ਸ਼ਖਸੀਅਤ ਦੇ ਬਾਰੇ ਕੁਝ ਚਾਨਣਾ ਪਾ ਦਿਓ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਦੱਸਿਆ ਕਿ ਰਾਸ਼ਟਰਪਤੀ ਜਿੰਨਾ ਇੰਪੋਰਟੈਂਟ ਹੈ ਉਨਾ ਹੀ ਉਪ ਰਾਸ਼ਟਰਪਤੀ ਵੀ ਇੰਪੋਰਟੈਂਟ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਕੋਲ, ਤੇ ਅਮਰੀਕਾ ਲਈ ਇਹ ਮਾਣ ਦੀ ਗੱਲ ਆ, ਸਾਰੀ ਦੁਨੀਆ ਲਈ ਇੱਕ ਵੱਡੀ ਗੱਲ ਆ। ਅਸੀਂ ਅਕਸਰ ਬੰਦੇ ਤੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ, ਪਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਆ ਕਿ ਉੱਥੇ ਤੱਕ ਇੱਕ ਔਰਤ ਪਹੁੰਚੀ ਆ ਜੀ। ਇਸ ਤੋਂ ਪਹਿਲਾਂ ਹਿਲੇਰੀ ਕਲਿੰਟਨ ਨੇ 2 ਵਾਰ ਕੋਸ਼ਿਸ਼ ਕੀਤੀ ਆ, ਪਰ ਉਹ ਸਫਲ ਨਹੀਂ ਹੋ ਸਕੇ ਰਾਸ਼ਟਰਪਤੀ ਬਣਨ ਲਈ। ਪਿਛਲੀ ਵਾਰ ਉਹ ਹਾਰ ਗਏ ਸੀ। ਉਸ ਤੋਂ ਪਿਛਲੀ ਵਾਰ ਉਹ ਇੱਕ ਵਾਰੀ ਵਿਦੇਸ਼ ਮੰਤਰੀ ਜ਼ਰੂਰ ਰਹੇ ਨੇ। ਉਹ ਵੀ, ਉਹਨਾਂ ਦਾ ਵੀ ਜਿਹੜਾ ਬੈਕਗਰਾਊਂਡ ਸੀ ਉਹ ਲਾਇਰ ਦਾ ਸੀਗਾ, ਵਕੀਲ ਦਾ ਸੀਗਾ। ਤੇ ਕਮਲਾ ਹੈਰਿਸ ਵੀ ਅਟਾਰਨੀ ਜਨਰਲ ਰਹੇ ਆ। ਭਾਰਤੀ ਮੂਲ ਦੇ ਹੋਣ ਕਰਕੇ ਸਾਨੂੰ ਮਾਣ ਤਾਂ ਹੋਣਾ ਚਾਹੀਦਾ ਆ, ਪਰ ਮੈਂ ਇਹਨੂੰ ਇਦਾਂ ਦੇਖਦਾ ਕਿ ਅਸੀਂ ਸਿਰਫ ਔਰ ਸਿਰਫ ਜਦੋਂ ਕੋਈ ਲੋਕ ਕਿਸੇ ਚੀਜ਼ ਦੀ ਪ੍ਰਸਿੱਧੀ ਲੈ ਲੈਂਦੇ ਉਦੋਂ ਉਸ 'ਤੇ ਮਾਣ ਮਹਿਸੂਸ ਕਰਦੇ ਹਾਂ। ਜਦੋਂ ਉਹ ਇੱਥੇ ਹੁੰਦੇ ਨੇ ਉਦੋਂ ਅਸੀਂ ਉਹਨਾਂ ਲਈ ਉਹਨਾਂ ਕੁਝ ਕਰ ਨਹੀਂ ਸਕੇ ਹੁੰਦੇ। ਹਾਲਾਂਕਿ ਇਹਨਾਂ ਦੀ ਫੈਮਿਲੀ ਤਾਂ ਬਹੁਤ ਪਹਿਲਾਂ ਤੋਂ ਗਈ ਹੋਈ ਆ, ਇਹ ਉੱਥੇ ਦਾ ਜਨਮ ਇਹਨਾਂ ਦਾ ਅਮਰੀਕਾ ਦਾ ਹੀ ਹੈ। ਪਰ ਅਸੀਂ ਪਿਛਲੇ ਦਿਨੀ ਨੋਬਲ ਪੁਰਸਕਾਰ ਦੀ ਗੱਲ ਕਰਦੇ ਸੀ, ਤੇ ਜਦੋਂ ਹਰਗੋਬਿੰਦ ਖੁਰਾਨਾ ਨੂੰ ਨੋਬਲ ਮਿਲ ਗਿਆ ਤੇ ਅਸੀਂ ਉਹਦੇ ਬੜੇ ਗੁਣਗਾਨ ਕੀਤੇ ਕਿ ਉਹ ਭਾਰਤ ਦਾ ਪੁੱਤਰ ਆ। ਪਰ ਜਦੋਂ ਅਸੀਂ ਇੱਥੇ ਹੁੰਨੇ ਆ, ਇੱਥੇ ਰਿਸਰਚ ਲਈ ਅਸੀਂ ਨਾ ਤਾਂ ਕੋਈ ਇਨਫਰਾਸਟ੍ਰਕਚਰ ਦੇ ਪਾਉਂਦੇ ਉਹਨਾਂ ਨੂੰ, ਤੇ ਨਾ ਅਸੀਂ ਕੁਝ ਹੋਰ ਉਹਨਾਂ ਲਈ ਕੁਝ ਕਰ ਪਾਉਂਦੇ ਆ। ਤੇ ਜਦੋਂ ਬਾਹਰ ਜਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਨੇ ਤੇ ਫਿਰ ਅਸੀਂ ਕਹਿੰਦੇ ਆ ਕਿ ਅਸੀਂ ਸਾਨੂੰ ਮਾਣ ਆ। ਪਰ ਇੱਕ ਬੀਇੰਗ ਏ ਲੇਡੀ ਉਸ ਅਹੁਦੇ ਤੱਕ ਪਹੁੰਚਣਾ ਜਿਹੜੀ ਵੱਡੀ ਗੱਲ ਹੈ। ਤੇ ਉਹਨਾਂ ਦਾ ਜਿਹੜਾ ਟਵੀਟ ਸੀਗਾ ਮੈਨੂੰ ਉਹ ਜ਼ਿਆਦਾ ਚੰਗਾ ਲੱਗਾ ਕਿ ਰੈਡੀ ਟੂ ਸਰਵ। ਬੜੇ ਛੋਟੇ ਜਿਹੇ ਲਾਈਨ ਦੇ ਵਿੱਚ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਅਸੀਂ ਹੁਣ ਅਮਰੀਕਨਾਂ ਦੀ ਸੇਵਾ ਕਰਨ ਲਈ ਤਿਆਰ ਹਾਂ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਾਂ ਨੂੰ ਯਾਦ ਕੀਤਾ। 55 ਸਾਲ ਦੀ ਉਹ ਨੇ ਕਮਲਾ ਹੈਰਿਸ, ਭਾਰਤੀ ਉਹਨਾਂ ਦੀ ਮਾਂ ਸੀ, ਤੇ ਫਾਦਰ ਉਹਨਾਂ ਦੇ ਸ਼ਾਇਦ ਜਮਾਇਕਾ ਤੋਂ ਸੀ। ਤੇ ਉਹ ਇੱਕ ਕਹਿ ਸਕਦੇ ਕਿ 2 ਸੰਸਕ੍ਰਿਤੀਆਂ ਦੀ ਔਲਾਦ ਨੇ ਉਹ। ਤੇ ਉਹਨਾਂ ਨੇ ਆਪਣੀ ਕਿਹਾ ਕਿ ਮੇਰੇ ਫਾਦਰ ਦੇ ਨਾਲ ਅਲੱਗ ਹੋਣ ਤੋਂ ਬਾਅਦ ਮੇਰੀ ਜਿਹੜੀ ਪਰਵਰਿਸ਼ ਆ ਉਹ ਮਾਂ ਨੇ ਕੀਤੀ ਆ, ਤੇ ਮੈਂ ਜੋ ਵੀ ਆ ਉਹਦੇ ਵਿੱਚ ਸਾਰੇ ਦਾ ਸਾਰਾ ਯੋਗਦਾਨ ਮੇਰੀ ਮਾਤਾ ਦਾ ਆ। ਉਹਨਾਂ ਦੀਆਂ ਪਾਲਿਸੀਜ਼ ਦੀ ਗੱਲ ਕਰੀਏ ਤੇ ਉਹ ਬਹੁਤ ਸਾਰੇ ਮੁੱਦਿਆਂ ਨੂੰ ਉਹਨਾਂ ਨੇ ਬੜੇ ਬੇਬਾਕੀ ਦੇ ਨਾਲ ਉਠਾਇਆ। ਰਾਸ਼ਟਰਪਤੀ ਬਣਨ ਦੀ ਦੌੜ 'ਚ ਵੀ ਉਹ ਸ਼ਾਮਲ ਸੀ, ਪਰ ਉੱਥੇ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਕਈ ਗੱਲਾਂ ਜਦੋਂ ਉਹਨਾਂ ਨੂੰ ਪੁੱਛੀਆਂ ਗਈਆਂ ਤੇ ਉਹ ਉਨੇ ਤਰੀਕੇ ਨਾਲ ਆਪਣੇ ਜਵਾਬ ਨਹੀਂ ਸੀ ਦੇ ਸਕੇ। ਸਾਨੂੰ ਉਹਦੇ ਨਾਲ ਉਹਨਾਂ ਤੇ ਮਾਣ, ਬੀਇੰਗ ਐਨ ਲੇਡੀ ਜ਼ਿਆਦਾ ਵੱਡੀ ਗੱਲ ਆ। ਤੇ ਬਾਕੀ ਇੰਡੀਅਨ ਹੋਣਾ ਵੀ ਚਲੋ ਠੀਕ ਹੈ, ਕਹਿ ਸਕਦੇ ਹਾਂ ਅਸੀਂ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਅਸੀਂ ਖੁਸ਼ ਹੋ ਸਕਦੇ ਹਾਂ ਕਿ ਉਹ ਭਾਰਤੀ ਮੂਲ ਦੇ ਨੇ। ਪਰ ਉੱਥੇ ਜਦੋਂ ਤੁਸੀਂ ਉਹ ਉੱਥੇ ਦੇ ਜਨਮ ਨੇ ਉਹਨਾਂ ਦਾ, ਉੱਥੇ ਦੀਆਂ ਪਾਲਿਸੀ ਨੇ, ਤੇ ਉਹ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਜ਼ਿਆਦਾ ਕੋਈ ਐਡੀ ਬਹੁਤ ਸਾਡੇ ਲਈ ਉਹ ਵਾਲੀ ਗੱਲ ਹੈਗੀ। ਤੇ ਇਸ ਵੇਲੇ ਸਾਡੇ ਲਈ ਵੱਡੀ ਗੱਲ ਇਹ ਹੈ ਕਿ ਆਪਾਂ ਮੁੱਦੇ ਤਾਂ ਹੋਰ ਵੀ ਵਿਚਾਰਨੇ ਨੇ, ਪਰ ਸਮਾਂ ਤਾਕਤਵਰ ਹੈ, ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅਮਰਤ ਜੀ, ਆਪਾਂ ਸਾਰੀ ਦੁਨੀਆ ਦੀਆਂ ਗੱਲਾਂ ਬਾਤਾਂ ਕਰ ਲਈਆਂ। ਅੱਛਾ ਜੀ। ਉਹਦੇ 'ਚ ਕਿਸਾਨ ਅੰਦੋਲਨ ਹੋ ਗਿਆ, ਸਰਕਾਰ ਦੀ ਗੱਲ ਹੋ ਗਈ, ਪੰਜਾਬ ਸਰਕਾਰ ਦੀ ਗੱਲ ਹੋ ਗਈ। ਉਸ ਤੋਂ ਬਾਅਦ ਆਪਾਂ ਅਮਰੀਕਾ ਵੀ ਪਹੁੰਚ ਗਏ ਤੇ ਅਮਰੀਕਾ ਤੋਂ ਵਾਪਸ ਹਿੰਦੁਸਤਾਨ ਆ ਜਾਓ। ਵੈਸੇ ਕਰੋਨਾ ਤਾਂ ਸਾਰੇ ਪਾਸੇ ਹੀ ਹੈਗਾ, ਪਰ ਆਪਾਂ ਜੇ ਹਿੰਦੁਸਤਾਨ ਦੀ ਗੱਲ ਕਰੀਏ ਤੇ ਕਰੋਨਾ ਦੇ ਕੇਸਿਸ ਪਹਿਲਾਂ ਨਾਲੋਂ ਕਾਫੀ ਘੱਟ ਗਏ ਨੇ। ਇੱਕ ਤਾਂ ਟੀਕਾਕਰਨ ਹੈ, ਟੀਕਾਕਰਨ ਦਾ ਡਰ ਕਈਆਂ ਦੇ ਮਨ 'ਚ ਹੈ, ਪਰ ਅਸੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਵਿਗਿਆਨੀਆਂ ਦੀ ਖੋਜ ਦਾ ਨਤੀਜਾ ਹੈ। ਇਹ 'ਤੇ ਸ਼ੱਕ ਕਰਨਾ ਬਣਦਾ ਨਹੀਂ ਹੈ। ਤੇ ਕੋਵਿਡ ਦੇ ਮਾਮਲੇ ਘਟ ਰਹੇ ਨੇ, ਚੰਗੀ ਗੱਲ ਹੈ। ਇਹ ਸਾਰਾ ਜਿਹਾ ਸੀਨ ਥੋੜ੍ਹਾ ਜਿਹਾ ਸਮਝਾ ਦਿਓ ਕਿਉਂਕਿ ਹੁਣ ਕਹਿੰਦੇ ਨੇ ਕਿ CM ਤੇ PM ਨੂੰ ਵੀ ਵੈਕਸੀਨੇਸ਼ਨ ਸ਼ੁਰੂ ਕਰਨੀ ਹੈ। ਕਦੋਂ ਦਾ ਐਲਾਨ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਇਓ। ਜੀ, ਸਵਾਲ ਬੜਾ ਲੰਬਾ ਚੌੜਾ ਹੋ ਗਿਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਜਿਹੜਾ ਕਰੋਨਾ ਦਾ ਡਰ ਆ, ਅਸੀਂ ਪਿਛਲੇ ਪ੍ਰੋਗਰਾਮਾਂ 'ਚ ਬੜੇ ਡਿਟੇਲ ਨਾਲ ਗੱਲ ਕੀਤੀ ਸੀ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਸਾਇੰਟਿਸਟ ਜਦੋਂ ਕਿਸੇ ਚੀਜ਼ ਨੂੰ ਬਣਾਉਂਦੇ ਨੇ ਤੇ ਉਹਦੇ ਤੇ ਬਹੁਤ ਮਿਹਨਤ ਕਰਦੇ ਨੇ। ਉਹਨੂੰ ਬੜੇ ਤਰੀਕੇ ਨਾਲ ਕੈਮੀਕਲ ਰਿਐਕਸ਼ਨਸ ਵੀ ਹੈ ਤੇ ਇੱਕ ਦਵਾਈ ਆ, ਕੁਝ ਚੀਜ਼ਾਂ ਮਿਲਾ ਕੇ ਉਸ ਬੋਡੀ ਨੂੰ ਸਮਝ ਕੇ ਬਿਮਾਰੀ ਦੇ ਸਿੰਪਟਮਸ ਦੇਖ ਕੇ ਦਵਾਈ ਤਿਆਰ ਕੀਤੀ ਆ। ਤੇ ਬਹੁਤ ਤਰੀਕੇ ਨਾਲ ਬਹੁਤ ਦੁਨੀਆ ਦੀਆਂ ਵੱਡੀਆਂ ਲੈਬੋਰਟਰੀਜ਼ ਤੇ ਯੂਨੀਵਰਸਿਟੀਜ਼ ਨੇ ਉਹਦੇ 'ਚ ਰਿਸਰਚ ਸ਼ਾਮਲ ਕੀਤੀ ਆ, ਫਿਰ ਉਹਦੇ ਟਰਾਇਲ ਕੀਤੇ ਨੇ। ਤੇ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। ਮੈਂ ਅੱਜ ਹੀ ਇੱਕ ਰਿਪੋਰਟ ਦੇਖਦਾ ਸੀ, ਪੜ੍ਹਦਾ ਸੀ ਕਿਤੇ, ਮੈਨੂੰ ਪਤਾ ਸੀ ਤੁਸੀਂ ਸਵਾਲ ਪੁੱਛਣੇ ਆ, ਤੇ ਫਿਰ ਮੈਂ ਉਹਦੀ ਥੋੜ੍ਹੀ ਜਿਹੀ ਦੇਖਦਾ ਸੀ ਕੋਸ਼ਿਸ਼ ਕਿ ਆਮ ਤੌਰ 'ਤੇ ਜਿਹੜੇ ਰਿਐਕਸ਼ਨਸ ਨੇ ਜਾਂ ਜਿਹੜੀਆਂ ਉਹਦੀਆਂ ਰਿਐਕਸ਼ਨਸ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦਵਾਈ ਰਿਐਕਸ਼ਨ ਕਰਦੀ ਆ, 10% ਤੱਕ ਵੀ ਸਾਹਮਣੇ ਆਉਂਦੇ ਨੇ। 15% ਤੱਕ ਵੀ ਕਈ ਦਵਾਈਆਂ ਜਿਹੜੀਆਂ ਸਾਨੂੰ ਅਲਰਜੀ ਕਰ ਸਕਦੀਆਂ ਜਾਂ ਉਹਦੇ ਨਾਲ ਕੁਛ ਨਾ ਕੁਛ ਜਿਹੜੇ ਉਹਦੇ ਬੁਰੇ ਪ੍ਰਭਾਵ ਸਰੀਰ 'ਤੇ ਸਾਹਮਣੇ ਆ ਸਕਦੇ ਨੇ। ਵੈਸੇ ਦਵਾਈਆਂ
ਦੇ ਨੇ, ਕੋਈ ਕਈ ਵਾਰੀ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਵੀ ਐਲਰਜੀ ਹੋ ਜਾਂਦੀ ਹੈ ਨਾ। ਬਿਲਕੁਲ ਜੀ ਬਿਲਕੁਲ, ਸਾਡੇ ਮੁਲਕ ਤੇ ਲੋਕੀ ਸ਼ਰਾਬ ਪੀ ਪੀ ਕੇ ਮਰੀ ਜਾਂਦੇ ਨੇ ਤੇ ਸਰਕਾਰਾਂ ਦੇਖਦੀਆਂ ਵੀ ਨਹੀਂ ਕਈ ਵਾਰ। ਅਸੀਂ ਪਿਛਲੇ ਸਮੇਂ 'ਚ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ। ਪਰ ਕਰੋਨਾ ਦੇ ਮਾਮਲੇ 'ਚ ਜਿਹੜੀ ਬਹੁਤ ਚੰਗੀ ਗੱਲ ਆ ਕਿ ਜਿਹੜਾ ਹੁਣ ਤੱਕ ਦਾ ਸਾਡਾ ਇੰਜੈਕਸ਼ਨ ਜਿੰਨੇ ਵੀ 6-7 ਲੱਖ ਲੋਕਾਂ ਨੂੰ ਲੱਗੇ ਆ ਤੇ ਜਿਹੜੇ ਉਹਦੇ ਬੁਰੇ ਪ੍ਰਭਾਵ ਆ ਉਹ 1000 ਤੱਕ ਬੰਦਿਆਂ ਦੇ ਸਾਹਮਣੇ ਆਏ ਨੇ ਤੇ ਉਹਦੀ ਜਿਹੜੀ ਪਰਸੈਂਟੇਜ ਆ ਉਹ ਮੇਰੇ ਖਿਆਲ 0.18 ਆ, ਮਤਲਬ ਸਿਰਫ ਤੋਂ ਸਿਰਫ 0.2% ਲੋਕਾਂ ਨੂੰ ਹੀ ਸਾਹਮਣੇ ਆਇਆ। ਮੈਂ ਨਹੀਂ ਕਹਿੰਦਾ ਕਿ ਨਹੀਂ ਹੋਣੀ ਚਾਹੀਦੀ, ਇੰਨੀ ਵੀ ਨਹੀਂ ਹੋਣੀ ਚਾਹੀਦੀ ਸੀ, ਪਰ ਫਿਰ ਵੀ ਮਨੁੱਖੀ ਬੋਡੀ ਆ, ਮਨੁੱਖੀ ਸਰੀਰ ਆ, ਸਰੀਰ ਤੋਂ ਸਰੀਰ ਵੱਖ ਆ ਤੇ ਜਿੰਨੇ ਕੁ ਵੀ ਉਹਦੇ ਬੁਰੇ ਪ੍ਰਭਾਵ ਆ ਬਹੁਤ ਘੱਟ ਨੇ। ਟੀਕੇ ਸਾਨੂੰ ਜ਼ਰੂਰ ਲਵਾਉਣੇ ਚਾਹੀਦੇ ਨੇ। ਗੱਲ ਹੋ ਰਹੀ ਸੀ ਦੁਨੀਆ ਦੇ ਨਾਲ ਭਾਰਤ ਦੀ ਜੇ ਗੱਲ ਕਰੀਏ ਤੇ ਭਾਰਤ ਵਿੱਚ ਜਿਹੜੇ ਅੱਜ ਦੇ ਅੰਕੜੇ ਨੇ ਉਹ 220 ਦਿਨ ਪਹਿਲਾਂ ਜਿੰਨੇ ਸੀਗੇ ਉਹ ਤੋਂ ਵੀ ਘੱਟ ਨੇ। 220 ਮਤਲਬ 6 ਮਹੀਨੇ ਪਹਿਲਾਂ ਚੱਲ ਜਾਈਏ, 7 ਮਹੀਨੇ ਪਿੱਛੇ ਚੱਲ ਜਾਈਏ। ਜਦੋਂ ਕਰੋਨਾ ਸ਼ੁਰੂ ਹੋਇਆ ਸੀ ਉਦੋਂ ਤੱਕ ਦੀ ਸਿਚੁਏਸ਼ਨ 'ਚ ਅਸੀਂ ਪਹੁੰਚ ਗਏ ਹਾਂ। ਕੁਝ ਹਜ਼ਾਰ ਕੁ ਕੇਸ ਰੋਜ਼ ਆ ਰਹੇ ਨੇ ਤੇ ਇਹ ਬਹੁਤ ਚੰਗੀ ਖਬਰ ਆ। ਜਦੋਂ ਅਸੀਂ ਜਰਮਨ ਦੀ, ਅਮਰੀਕਾ ਦੀ, ਇੰਗਲੈਂਡ ਦੀ ਜਾਂ ਯੂਰਪ ਦੇ ਬਾਕੀ ਦੇਸ਼ਾਂ ਦੀ ਗੱਲ ਕਰਦੇ ਤੇ ਉੱਥੇ ਹਾਲਾਤ ਜਿਹੜੇ ਨੇ ਉਹ ਬਹੁਤ ਖਰਾਬ ਨੇ। ਦੁਬਾਰਾ ਤੋਂ ਲੋਕਡਾਊਨ ਲੱਗ ਰਹੇ ਨੇ, ਪਰ ਸਾਡੇ ਜਾਂ ਤਾਂ ਸਾਡੀ ਇਮਿਊਨਿਟੀ ਹਾਰਡ ਆ ਜਾਂ ਕੁਝ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਤੇ ਜਾਂ ਫਿਰ ਦਵਾਈ ਦਾ ਵੀ ਕੁਝ ਅਸਰ ਹੋਏਗਾ। ਹਾਲੇ ਕਿ ਬਹੁਤ ਥੋੜੇ ਲੋਕਾਂ ਨੇ ਦਵਾਈ ਲਈ ਆ, ਪਰ ਹਾਲਾਤ ਜਿਹੜੇ ਹਿੰਦੁਸਤਾਨ ਦੇ ਨੇ ਕੰਪੈਰੇਟਿਵਲੀ ਬਹੁਤ ਠੀਕ ਨੇ। ਠੀਕ ਹੀ ਰਹਿਣ ਤਾਂ ਚੰਗੀ ਗੱਲ ਹੈ ਜੀ। ਤੇ ਸੀਐਮ ਤੇ ਪੀਐਮ ਨੂੰ ਟੀਕਾ ਭਲਾ ਕਦੋਂ ਲੱਗਣਾ? ਦੇਖੋ ਜੀ, ਸੀਐਮ ਪੰਜਾਬ ਵਾਲੇ ਤਾਂ ਹੁਣ ਬਿਜ਼ੀ ਹੋ ਗਏ ਨੇ, ਇਲੈਕਸ਼ਨਸ ਹੋਣੀਆਂ ਨੇ ਤੇ ਪੀਐਮ ਸਾਹਿਬ ਬਿਜ਼ੀ ਹੋਣ ਵਾਲੇ ਨੇ ਕਿਉਂਕਿ ਬਜਟ ਆ ਜਾਣਾ। ਦੂਜੇ ਦੌਰ ਦੇ ਵਿੱਚ ਜਦੋਂ 50 ਸਾਲ ਤੋਂ ਉੱਪਰ ਵਾਲੇ ਬੰਦਿਆਂ ਦੀ ਗੱਲ ਹੋਣੀ ਆ, ਮੇਰਾ ਖਿਆਲ ਆ ਕਿ ਫਰਵਰੀ ਦੇ ਤੀਜੇ ਹਫ਼ਤੇ ਤੋਂ ਬਾਅਦ ਕਿਤੇ ਤਰੀਕ ਸਾਹਮਣੇ ਆਊਗੀ। ਹਾਲੇ ਤਾਂ ਉਹ ਇੱਕ ਖਬਰ ਜ਼ਰੂਰ ਬਣ ਗਈ ਆ ਵੀ ਸਾਰਿਆਂ ਨੂੰ ਲੱਗ ਜਾਣਗੇ। ਡਾਕਟਰਸ ਦੀ ਅਸੀਂ ਗੱਲ ਦੇਖੀ ਆ ਪਿਛਲੇ ਦਿਨਾਂ 'ਚ, ਬਹੁਤ ਸਾਰੇ ਡਾਕਟਰਸ ਇਹਨੂੰ ਲਗਵਾ ਰਹੇ ਨੇ। ਏਮਸ ਦੇ ਡਾਇਰੈਕਟਰ ਨੇ ਵੀ ਲਵਾਇਆ, ਉਹਨਾਂ ਨੇ ਫਿਰ ਨੋਟੀਫਿਕੇਸ਼ਨ ਵੀ ਦੱਸਿਆ, ਉਹਨਾਂ ਨੇ ਕੁਝ ਸਲਾਹਾਂ ਵੀ ਦਿੱਤੀਆਂ ਕਿ ਜਦੋਂ ਤੁਸੀਂ ਜਾਂਦੇ ਆ ਟੀਕਾ ਲਵਾਉਣ ਤੇ ਕੁਝ ਖਾ ਕੇ ਜ਼ਰੂਰ ਜਾਓ, ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਘਬਰਾਓ ਨਾ, ਡਾਕਟਰ ਨਾਲ ਸਲਾਹ ਕਰੋ। ਸੀਐਮ ਪੀਐਮ ਵੀ ਲਗਵਾਉਣਗੇ, ਪਰ ਹਾਲੇ ਥੋੜੇ ਜਿਹਾ ਚੁਣਾਵ ਤੋਂ ਜਾਂ ਬਜਟ ਤੋਂ ਬਾਅਦ ਕੁਝ ਆਸ ਬਣੇਗੀ ਕਿ ਲਵਾਉਣਗੇ। ਚਲੋ, ਇੱਧਰ ਉਹ ਤਾਂ ਵਿਹਲੇ ਨਹੀਂ ਹੈਗੇ ਤੇ ਇੱਧਰ ਸਕੂਲ ਦੇ ਬੱਚਿਆਂ ਨੂੰ ਵੀ ਕੰਮ ਲਾ ਦਿੱਤਾ, ਮਤਲਬ ਸਕੂਲ ਖੋਲ ਦਿੱਤੇ ਨੇ ਕਰੋਨਾ ਕਾਲ ਦੇ ਵਿੱਚ। ਦੱਸੋ। ਪਰਸਨਲੀ ਮੈਂ ਇਸ ਗੱਲ ਤੋਂ ਵਾਕਈ ਬਹੁਤ ਖੁਸ਼ ਹਾਂ ਕਿਉਂਕਿ ਸਾਡੀਆਂ ਸਰਕਾਰਾਂ ਲਈ ਹੈਲਥ ਤੇ ਐਜੂਕੇਸ਼ਨ ਪ੍ਰਾਇੋਰਟੀ ਨਹੀਂ ਹੁੰਦੀ, ਜਦ ਕਿ ਸਭ ਤੋਂ ਜ਼ਰੂਰੀ ਚੀਜ਼ ਇਹ ਹੋਣੀ ਚਾਹੀਦੀ ਜੀ। ਹੈਲਥ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਤੇ ਸਿੱਖਿਆ ਜਿਹੜੀ ਹੈ ਤੇ ਬੱਚਿਆਂ ਦੀ ਜਿਨ੍ਹਾਂ ਨੇ ਸਕੂਲ ਸ਼ੁਰੂ ਕਰ ਦਿੱਤੇ ਨੇ। ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਇਹਨਾਂ ਨੇ ਵੱਡੇ ਸਕੂਲ ਜਿਹੜੇ ਸੀਗੇ 5ਵੀਂ ਤੋਂ ਵੱਡੇ 8ਵੀਂ ਤੇ 10ਵੀਂ ਦੇ ਪਹਿਲਾਂ ਸ਼ੁਰੂ ਕਰਤੇ ਸੀ। ਕਾਲਜ ਤੇ ਯੂਨੀਵਰਸਿਟੀਜ਼ ਨੂੰ ਅੱਜ ਕੱਲ੍ਹ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਆ। ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਵਿੰਗ ਜਿਹੜੇ ਨੇ ਉਹ ਹੁਣ 27 ਤਰੀਕ ਤੋਂ ਤੇ 1 ਫਰਵਰੀ ਤੋਂ, ਜਾਣੀ ਕਿ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਤੇ 1 ਫਰਵਰੀ ਤੋਂ ਭਾਰਤ ਦੇ ਪੰਜਾਬ ਦੇ ਸਾਰੇ ਸਿੱਖਿਆ ਸੰਸਥਾਨ ਜਿਹੜੇ ਨੇ, ਚਾਹੇ ਉਹ ਛੋਟੇ ਬੱਚੇ ਨੇ, ਚਾਹੇ ਉਹ ਹਾਈ ਸਕੂਲ ਨੇ ਤੇ ਚਾਹੇ ਉਹ ਕਾਲਜ ਨੇ, ਯੂਨੀਵਰਸਿਟੀਜ਼ ਨੇ, ਇੰਸਟੀਟਿਊਸ਼ਨਸ ਨੇ, ਸਾਰੇ ਖੁੱਲ ਜਾਣੇ ਨੇ। ਪਰ ਉਹਦੇ ਨਾਲ ਨਾਲ ਮੈਂ ਇੱਕ ਹੋਰ ਖਬਰ ਦੇਖਦਾ ਸੀ ਜੀ ਕਿ ਕਾਲਜ ਖੁੱਲ ਤੇ ਜਾਣੇ ਨੇ, ਪਰ ਜੇ ਆਪਾਂ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਤੇ ਉੱਥੇ ਜਿਹੜੀ ਗਿਣਤੀ ਆ ਉਹ ਬਹੁਤ ਘਟ ਗਈ ਆ। ਸਰਕਾਰ ਦੀ ਚਿੰਤਾ ਦਾ ਵਿਸ਼ਾ ਉਹ ਨਹੀਂ ਹੈਗਾ, ਪਰ ਹੋਣਾ ਚਾਹੀਦਾ। ਸਾਡੇ ਸਰਕਾਰੀ ਕਾਲਜ ਜਾਂ ਜਿਹੜੇ ਐਜੂਕੇਸ਼ਨਲ ਕਾਲਜ ਨੇ ਜਿੱਥੇ ਆਪਾਂ ਬੀਐਡ ਦੀ ਸਿੱਖਿਆ ਲੈਂਦੇ ਹਾਂ, ਉਹਨਾਂ ਦੀ ਗਿਣਤੀ ਤੇ 50% ਤੋਂ ਵੀ ਘੱਟ ਹੈ। ਸੀਟਾਂ ਵੈਸੇ ਹੀ ਨਹੀਂ ਪੂਰੀਆਂ ਹੋਈਆਂ। ਬੱਚਿਆਂ ਦਾ ਪੜ੍ਹਾਈ ਵੱਲ ਜਿਹੜਾ ਰੁਝਾਨ ਆ ਇਦਾਂ ਕਹਿ ਲਓ ਘਟ ਗਿਆ। ਨਹੀਂ ਇਦਾਂ ਨਹੀਂ ਹੈਗਾ, ਕਿਉਂਕਿ ਪ੍ਰਾਈਵੇਟ ਸੈਕਟਰ ਬੜਾ ਮਜ਼ਬੂਤੀ ਨਾਲ ਦੂਜੇ ਪਾਸੇ ਖੜਾ ਹੋ ਰਿਹਾ। ਮੈਨੂੰ ਲੱਗਦਾ ਹੈ ਜਿਹੜੀ ਮੈਂ ਬੀਐਡ ਕਾਲਜ ਦੀ ਗੱਲ ਕਰ ਰਿਹਾ ਉਹ ਓਵਰਆਲ ਆ, ਇਕੱਲੇ ਗਵਰਨਮੈਂਟ ਨਹੀਂ, ਸਰਕਾਰੀ ਦੂਜੇ ਪ੍ਰਾਈਵੇਟ ਵੀ ਵਿੱਚ ਹੀ ਨੇ। ਬਹੁਤ ਜੋ ਸਾਡੇ ਜੌਬ ਸੈਕਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਜਦੋਂ ਵਾਅਦੇ ਕਰਦੇ ਨੇ ਸਰਕਾਰ 'ਚ ਜਦੋਂ ਹੁੰਦੇ ਨੇ ਕਿ ਅਸੀਂ 1 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਹਰ ਸਾਲ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਪਰ ਜਦੋਂ ਰੁਜ਼ਗਾਰ ਦੇਣ ਦੀ ਗੱਲ ਆਉਂਦੀ ਆ ਤੇ ਉੱਥੇ ਫਿਰ ਤਾਂ ਹੀ ਤੇ ਸਾਡੇ ਜਿਹੜੇ ਬੱਚੇ ਨੇ, ਸਾਡੇ ਜਿਹੜੇ ਸਟੂਡੈਂਟਸ ਨੇ, ਜਿਹੜੇ ਵਿਦਿਆਰਥੀ ਨੇ, ਪੜ੍ਹ ਲਿਖ ਕੇ ਜਾਂ ਤਾਂ ਬੇਰੁਜ਼ਗਾਰ ਘੁੰਮਦੇ ਨੇ ਜਾਂ ਫਿਰ ਉਹ ਬਾਹਰ ਦਾ ਰੁੱਖ ਅਖਤਿਆਰ ਕਰਦੇ ਨੇ। ਤੇ ਕਰੋਨਾ ਦੇ ਦੌਰਾਨ ਬਹੁਤ ਟਾਈਮ ਲੰਬਾ ਜਿਹੜਾ ਲਗਭਗ 1 ਸੈਸ਼ਨ ਹੀ ਬੰਦ ਰਿਹਾ। ਮਾਰਚ ਤੋਂ ਬੰਦ ਹੋ ਗਿਆ ਸੀ ਤੇ ਫਰਵਰੀ 'ਚ ਮੁੜ ਕੇ ਖੁੱਲਿਆ। ਤੇ ਜੇ 1 ਮਹੀਨੇ ਦੀ ਗੱਲ ਕਰੀਏ ਤੇ ਲਗਭਗ ਪੂਰਾ ਸੈਸ਼ਨ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਹੈ ਉਹ ਬੰਦ ਰਿਹਾ। ਹਾਲਾਂਕਿ ਆਨਲਾਈਨ ਪੜ੍ਹਾਈ ਦੀਆਂ ਗੱਲਾਂ ਹੋਈਆਂ, ਕੁਝ ਨਿਆਣਿਆਂ ਨੇ, ਕੁਝ ਬੱਚਿਆਂ ਨੇ, ਕੁਝ ਸਟੂਡੈਂਟਸ ਨੇ ਬਹੁਤ ਕੁਝ ਸਿੱਖਿਆ ਵੀ ਹੋਵੇਗਾ, ਪਰ ਗੱਲ ਜਦੋਂ ਤੱਕ ਤੁਸੀਂ ਸਾਹਮਣੇ ਨਹੀਂ ਜਾਂਦੇ, ਉਸਤਾਦ ਦੇ ਸਾਹਮਣੇ ਬੈਠ ਕੇ ਪੜ੍ਹਦੇ ਆ, ਫੇਰ ਹੀ ਕੁਝ ਗੱਲ ਬਣਦੀ ਆ। ਹੋ ਸਕਦਾ ਕੁਝ ਚੰਗਾ ਵੀ ਉਹਦੇ ਦੌਰਾਨ ਵਾਪਰਿਆ ਹੋਵੇ, ਆਨਲਾਈਨ ਸਿੱਖਿਆ ਦੀ ਨਾਲ ਐਪਲੀਕੇਸ਼ਨਸ ਨਾਲ ਸਿੱਖਣ ਦੀ ਗੱਲ ਵੀ ਸਾਹਮਣੇ ਆਈ ਆ, ਪਰ ਕੁਝ ਬਹੁਤ ਚੰਗਾ ਨਹੀਂ ਵਾਪਰਿਆ। ਮਹਾਮਾਰੀ ਦਾ ਦੌਰ ਸੀ, ਕੋਈ ਕੁਝ ਕਰ ਵੀ ਨਹੀਂ ਸਕਦਾ ਸੀ ਤੇ ਹੁਣ ਸਕੂਲ ਕਾਲਜ ਖੁੱਲ ਗਏ ਨੇ। ਪਰ ਜੇ ਸਰਕਾਰ ਸਕੂਲ ਕਾਲਜ ਖੋਲਣ ਦੇ ਨਾਲ ਨਾਲ ਸਿੱਖਿਆ ਨੀਤੀ ਤੇ ਵੀ ਕੁਝ ਕੰਮ ਕਰੇ ਤੇ ਕੁਝ ਚੰਗਾ ਹੋਣ ਦੀ ਉਮੀਦ ਵੱਜੇਗੀ ਜੀ। ਤੇ ਇਸ ਵੇਲੇ ਪੜ੍ਹਾਈ ਲਿਖਾਈ ਤੋਂ ਕਮਾਈ ਵੱਲ ਆ ਜਾਈਏ ਜ਼ਰਾ। ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤੇ ਅੱਜ ਭਾਰਤ ਦਾ ਜਿਹੜਾ ਸ਼ੇਅਰ ਬਾਜ਼ਾਰ ਹੈ ਨਾ, ਜਦੋਂ ਖੁੱਲਿਆ ਉਦੋਂ 50,000 ਤੱਕ ਪਹੁੰਚ ਗਿਆ। ਇਹ ਬੜੀ ਵੱਡੀ ਛਲਾਂਗ ਹੈ, ਕਹਿੰਦੇ ਇਤਿਹਾਸਕ ਹੈ ਵੀ 50,000 ਤੱਕ ਪਹੁੰਚਣਾ।
ਇਮਾਨਦਾਰੀ ਨਾਲ ਦੱਸਾਂ ਤੇ ਇਹ ਛਲਾਂਗਾਂ ਅਸੀਂ ਬਹੁਤ ਸਾਲਾਂ ਤੋਂ ਦੇਖਦੇ ਜ਼ਰੂਰ ਆਏ ਆ। ਇੱਕ ਤੇ ਅਸੀਂ ਕਦੀ ਇਹ ਛਲਾਂਗ ਮਾਰੀ ਨਹੀਂ ਤੇ ਦੂਜਾ ਸਾਨੂੰ ਇਹਦਾ ਸਮਝ ਨਹੀਂ ਆਇਆ। ਜਦੋਂ ਅਸੀਂ 10,000 ਤੇ ਇਹਨੂੰ ਦੇਖਦੇ ਸੀ ਉਦੋਂ ਵੀ ਬੜਾ ਰੌਲਾ ਸੀ ਕਿ ਸ਼ੇਅਰ ਬਾਜ਼ਾਰ 10,000 ਹੀ ਹੋ ਗਿਆ, ਫਿਰ 20,000 ਹੀ ਹੋ ਗਿਆ, 30,000 ਹੀ ਹੋ ਗਿਆ, ਮਈ 19 ਚ 40,000 ਹੀ ਹੋ ਗਿਆ ਸੀ ਤੇ ਹੁਣ ਜਨਵਰੀ 21 ਚ ਇਹ 50,000 ਹੀ ਹੋ ਗਿਆ। ਗੱਲ ਤੇ ਇਹ ਆ ਜੀ ਪਰਮਿੰਦਰ ਜੀ, ਇਹ ਤੇ ਉਹਨਾਂ ਬੰਦਿਆਂ ਲਈ ਆ ਜਿਹੜੇ ਉਹਨਾਂ ਕੰਪਨੀਆਂ ਦੇ ਸ਼ੇਅਰ ਖਰੀਦਦੇ ਨੇ ਤੇ ਅਮੀਰ ਹੁੰਦੇ ਨੇ ਜਾਂ ਗਰੀਬ ਹੁੰਦੇ ਨੇ। ਮਾਰਕੀਟ ਕੈਪ ਵੱਧ ਗਿਆ ਜੀ, ਸ਼ੇਅਰ ਬਾਜ਼ਾਰ ਜਦੋਂ ਥੱਲੇ ਆਉਂਦਾ ਤੇ ਆਪਾਂ ਖਬਰ ਅਖਬਾਰ 'ਚ ਸੁਣਦੇ ਆ ਕਿ ਇੰਨੇ ਲੱਖਾਂ ਕਰੋੜਾਂ ਡੁੱਬ ਗਏ, ਇੰਨੇ ਲੱਖਾਂ ਕਰੋੜਾਂ ਵੱਧ ਗਏ। ਉਹ ਨਾ ਤੇ ਸਾਨੂੰ ਕਦੇ ਸਮਝ ਆਇਆ ਵੀ ਕਿਹਦੀ ਜੇਬ 'ਚ ਜਾਂਦੇ ਨੇ ਤੇ ਕਿਹਦੀ ਜੇਬ 'ਚ ਗੁਆਚਦੇ ਨੇ। ਪਰ ਆਮ ਲੋਕਾਂ ਦੀ ਜ਼ਿੰਦਗੀ ਨਾਲ ਉਹਦਾ ਕੀ ਅਸਰ ਆ ਇਹ ਸਾਨੂੰ ਹਾਲੇ ਤੱਕ ਨਹੀਂ ਸਮਝ ਆਈ। ਹਾਂ, ਸ਼ੇਅਰ ਬਾਜ਼ਾਰ 50,000 ਹੀ ਹੋ ਗਿਆ, ਜਿਨ੍ਹਾਂ ਨੇ ਪੈਸੇ ਲਾਏ ਹੋਣੇ ਉਹਨਾਂ ਨੂੰ ਕੁਝ ਮਿਲ ਜਾਣਾ। ਇੱਕ ਨਿਫਟੀ ਹੁੰਦਾ, ਇੱਕ ਸੈਂਸੈਕਸ ਆ, ਸੋਨੇ ਚਾਂਦੀ ਦੇ ਭਾਅ ਦੀ ਵੀ ਅਨਾਉਂਸਮੈਂਟ ਹੁੰਦੀ ਆ, ਚੰਗੀ ਗੱਲ ਆ। ਇਹਦੇ ਤੇ ਗੱਲ ਇਹ ਹੋ ਰਹੀ ਸੀ ਕਿ ਜਿਹੜੇ ਇਹਦੇ ਵਧਣ ਦੇ ਜਿਹੜੇ ਕਾਰਨ ਨੇ ਉਹਦੇ ਚ ਅਮਰੀਕਾ ਦੇ ਰਾਸ਼ਟਰਪਤੀ ਦਾ ਚੁਣਿਆ ਜਾਣਾ ਵੀ ਸੀ ਤੇ ਸਾਡੀ ਸਰਕਾਰ ਦਾ ਕਰੋਨਾ ਤੋਂ ਜਿੱਤ ਲੈਣਾ ਤੇ ਟੀਕੇ ਦਾ ਆ ਜਾਣਾ ਵੀ ਉਹਦੇ ਚ ਕਾਰਨਾਂ ਚ ਸ਼ਾਮਲ ਸੀ। ਘਰੇਲੂ GDP ਦਾ ਵਧਣਾ ਵੀ ਉਹਦੇ ਕਾਰਨਾਂ ਚ ਸ਼ਾਮਲ ਸੀ ਤੇ ਬਜਟ ਲਈ ਜਿਹੜੀ ਫਾਈਨਾਂਸ ਮਿਨਿਸਟਰਸ ਨੇ ਕੁਝ ਅਨਾਉਂਸਮੈਂਟਸ ਕੀਤੀਆਂ ਕਿ ਇਸ ਵਾਰ ਦਾ ਬਜਟ ਵੱਖਰਾ ਹੋਵੇਗਾ ਤੇ ਕੁਝ ਵੱਡੀ ਅਮਾਉਂਟ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਿਆਵਾਂਗੇ ਮਾਰਕੀਟ ਦੇ ਵਿੱਚ ਤਾਂ ਜੋ ਜਿਹੜਾ ਰੋਟੇਸ਼ਨ ਆਫ ਮਨੀ ਆ ਉਹ ਵਧੇ। ਹੋ ਸਕਦਾ ਇਹਨਾਂ ਕਾਰਨਾਂ ਦਾ ਹੋਵੇ, ਕੁਝ ਹੋਰ ਕਾਰਨ ਵੀ ਹੋਣਗੇ। ਚੰਗੀ ਗੱਲ ਹੈ ਜੀ ਜੇ ਸ਼ੇਅਰ ਬਾਜ਼ਾਰ ਵੱਧ ਗਿਆ ਤਾਂ, ਜੇ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਤੇ ਵੀ ਉਹਦਾ ਕੋਈ ਚੰਗਾ ਪ੍ਰਭਾਵ ਪਵੇ ਤੇ ਹੋਰ ਵੀ ਚੰਗਾ। ਤੇ ਚਲੋ ਹੁਣ ਕਮਾਈ ਆਪਾਂ ਕਰ ਲਈਏ ਤੇ ਹੁਣ ਜ਼ਰਾ ਸਫਾਈ ਵੱਲ ਆ ਜਾਈਏ ਜੀ। ਆਮ ਤੌਰ ਤੇ ਫੁੱਲਾਂ ਦੇ ਨਾਂ ਬਦਲੇ ਜਾਂਦੇ ਨੇ, ਮੈਨੂੰ ਨਹੀਂ ਲੱਗਦਾ ਕਦੀ ਬਦਲੇ ਜਾਂਦੇ ਹੋਣਗੇ, ਪਰ ਸਾਡੇ ਦੇਸ਼ ਦੇ ਵਿੱਚ ਸ਼ਹਿਰਾਂ ਦੇ ਨਾਮ ਬਦਲਣ ਦਾ ਸਿਲਸਿਲਾ ਵੀ ਸ਼ੁਰੂ ਹੋਇਆ ਤੇ ਉਹ ਸਿਲਸਿਲੇ 'ਚ ਹੁਣ ਸ਼ਹਿਰ ਤਾਂ ਨਹੀਂ ਲੱਭਿਆ ਕੋਈ, ਪਰ ਇੱਕ ਫਲ ਜ਼ਰੂਰ ਲੱਭ ਗਿਆ। ਅੱਛਾ ਜੀ। ਜਿਹਨੂੰ ਅਸੀਂ ਡਰੈਗਨ ਫਰੂਟ ਦੇ ਨਾਂ ਕਰਕੇ ਜਾਣਦੇ ਹਾਂ ਜੀ। ਤੇ ਫਲ ਦਾ ਨਾਮ ਹੈ ਕਿਸੇ ਨੇ ਖਾਸ ਹੀ ਰੱਖਿਆ ਹੋਏਗਾ, ਸੋਚ ਸਮਝ ਕੇ ਰੱਖਿਆ ਹੋਏਗਾ, ਪਰ ਉਹਦਾ ਨਾਂ ਹੁਣ ਬਦਲ ਦਿੱਤਾ ਹੈ। ਕਮਲਮ ਸ਼ਾਇਦ ਉਹਦਾ ਨਾਮ ਹੈ ਤੇ ਇਹ ਦੱਸ ਦਿਓ ਵੀ ਇਹ ਨਾਮ ਤਬਦੀਲੀ ਕਿਉਂ ਕੀਤੀ ਗਈ ਜੀ। ਸ਼ਾਇਦ ਕੋਈ ਵਿਦੇਸ਼ੀ ਫਲ ਆ ਡਰੈਗਨ ਫਰੂਟ, ਹਾਲਾਂਕਿ ਹੁਣ ਇਹਦੀ ਹਾਂਜੀ ਗੁਆਂਢੀਆਂ ਦਾ ਫਲ ਹੈ, ਗੁਆਂਢੀਆਂ ਦਾ ਚਲੋ ਇਹਦੀ ਖੇਤੀ ਹੁਣ ਭਾਰਤ 'ਚ ਵੀ ਹੋਣ ਲੱਗ ਗਈ ਹੈ। ਗੁਜਰਾਤ ਦੇ ਕੁਝ ਜਗ੍ਹਾ 'ਚ ਇਹਦੀ ਖੇਤੀ ਹੁੰਦੀ ਹੈ। ਇੱਥੇ ਵੀ ਕਈ ਜਗ੍ਹਾ ਤੇ ਮੈਂ ਪ੍ਰਦਰਸ਼ਨੀ ਤੌਰ ਤੇ ਲਾਏ ਹੋਏ ਬੂਟੇ ਦੇਖੇ ਨੇ, ਲੱਗੇ ਹੋਏ ਨੇ, ਪੰਜਾਬ 'ਚ ਵੀ ਕਿਤੇ ਕਿਤੇ ਨੇ। ਉਹਦਾ ਨਾਮ ਬਦਲਣ ਦੀ ਕਹਾਣੀ ਗੁਜਰਾਤ ਤੋਂ ਸਾਹਮਣੇ ਆਈ ਆ। ਰੂਪਾਣੀ ਜੀ ਉੱਥੇ ਜਿਹੜੇ CM ਨੇ ਉਹਨਾਂ ਨੇ ਕਿਹਾ ਕਿ ਡਰੈਗਨ ਫਰੂਟ ਤੋਂ ਇਦਾਂ ਲੱਗਦਾ ਜਿੱਦਾਂ ਕੋਈ ਚੀਨੀ ਫਲ ਆ ਤੇ ਉਹਨਾਂ ਨੂੰ ਸ਼ਾਇਦ ਚੀਨ ਦੇ ਨਾਲ ਜਿਹੜੀ ਉਹਨਾਂ ਦੀ ਐਲਰਜੀ ਆ ਸਾਹਮਣੇ ਆਉਂਦੀ ਆ। ਠੀਕ ਆ, ਉਹਨਾਂ ਨੇ ਇਹਦਾ ਨਾਮ ਬਦਲਣ ਦੀ ਗੱਲ ਕੀਤੀ ਆ। ਸਾਨੂੰ ਇਹ ਗੱਲ ਹਜਮ ਵੀ ਨਹੀਂ ਹੁੰਦੀ ਤੇ ਸਮਝ ਵੀ ਨਹੀਂ ਆ ਰਹੀ ਕਿ ਨਾਮ ਬਦਲਣ ਨਾਲ ਹੋਵੇਗਾ ਕੀ। ਬਹੁਤ ਸਾਰੇ ਸ਼ਹਿਰਾਂ ਦੇ ਨਾਮ ਬਦਲਿਆ, ਪੁਡੂਚੇਰੀ ਪਾਂਡੂਚੇਰੀ ਸੀ, ਬੰਗਲੌਰ ਨੂੰ ਬੰਗਾਲੇਰੂ ਕਰਤਾ ਗਿਆ ਤੇ ਕੁਝ ਹੋਰ ਨਾਮ ਵੀ ਬਦਲੇ ਗਏ। ਸ਼ਹਿਰਾਂ ਦੇ ਨਾਮ ਬਦਲਣ ਦੀ ਗੱਲ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਉਹਨਾਂ ਦੇ ਨਾਮ ਜਿਹੜੇ ਸੀਗੇ ਉਹ ਅੰਗਰੇਜ਼ਾਂ ਨੇ ਬਦਲੇ ਆ ਤੇ ਤੁਸੀਂ ਬੈਕ ਆ ਰਹੇ ਹਾਂ, ਅਸੀਂ ਪਿੱਛੇ ਵਾਪਸ ਭਾਰਤੀਕਰਨ ਕਰ ਰਹੇ ਹਾਂ ਉਹਨਾਂ ਚੀਜ਼ਾਂ ਦਾ। ਫਲ ਦਾ ਨਾਮ ਬਦਲਣ ਪਿੱਛੇ ਵੀ ਉਹਨਾਂ ਨੇ ਇਹੀ ਦੱਸਿਆ ਕਿ ਇਹ ਚੀਨੀ ਲੱਗਦਾ ਆ, ਪਰ ਜਿਹੜੀਆਂ ਚੀਜ਼ਾਂ ਬਦਲਣ ਵਾਲੀਆਂ ਆ ਉਹਨਾਂ ਨੂੰ ਜੇ ਬਦਲਿਆ ਜਾਵੇ ਤੇ ਜ਼ਿਆਦਾ ਚੰਗਾ। ਜੇ ਡਰੈਗਨ ਫਰੂਟ ਦਾ ਨਾਮ ਚੀਨੀ ਲੱਗਦਾ ਤੇ ਤੁਸੀਂ ਚੀਨੀ ਬਾਜ਼ਾਰ ਨਾਲ ਜੋ ਕੁਝ ਕਰ ਰਹੇ ਆ, ਜਿੰਨਾ ਸਮਾਨ ਤੁਹਾਡੇ ਬਾਜ਼ਾਰਾਂ ਦੇ ਵਿੱਚ ਪਿਆ, ਜਦੋਂ ਤੁਸੀਂ ਸਟੈਚੂ ਆਫ ਲਿਬਰਟੀ ਦੀ ਜਗ੍ਹਾ ਤੇ ਸਟੈਚੂ ਆਫ ਯੂਨਿਟੀ ਬਣਾਈ ਸੀ ਤੇ ਬਣਵਾਈ ਉਹ ਵੀ ਚੀਨ ਤੋਂ ਸੀ, ਉਦੋਂ ਤੁਹਾਡਾ ਚੀਨ ਪ੍ਰੇਮ ਕਿਉਂ ਜਾਗਿਆ ਸੀ? ਸੋ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਚੰਗੀ ਗੱਲ ਆ। ਜੇ ਤੁਸੀਂ ਆਪਣਾ ਨਾਮ ਰੱਖ ਲਿਆ, ਜਿਹੜਾ ਤੁਸੀਂ ਨਾਮ ਦੱਸਿਆ ਉਹਨਾਂ ਨੇ ਕਮਲਮ ਰੱਖਿਆ, ਉਹ ਵੀ ਸਿਰਫ ਇਹਨਾਂ ਦੇ ਕਮਲ ਦੇ ਫੁੱਲ ਤੋਂ ਪ੍ਰਭਾਵਿਤ ਹੈ ਕਿਉਂਕਿ ਇਹਨਾਂ ਦਾ ਚੁਣਾਵ ਨਿਸ਼ਾਨ ਕਮਲ ਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕਮਲਮ ਵੰਡਦੇ ਵੀ ਨਜ਼ਰ ਆਉਣ ਤੇ ਇਹਨਾਂ ਦੇ ਜਿਹੜਾ BJP ਦਾ ਹੈੱਡਕੁਆਟਰ ਹੈ ਗੁਜਰਾਤ ਦੇ ਵਿੱਚ, ਉਹਦਾ ਨਾਮ ਵੀ ਕਮਲਮ ਆ। ਇਹਨਾਂ ਨੇ ਕੁਝ ਇਹੋ ਜਿਹਾ ਨਾਮ ਰੱਖਣ ਦੀ ਸੋਚੀ ਆ। ਬਹੁਤ ਕੋਈ ਚੰਗੀ ਗੱਲ ਲੱਗੀ ਨਹੀਂ ਇਹਦੇ 'ਚ। ਨਾਮ ਬਦਲੇ ਜਾਣੇ ਚਾਹੀਦੇ ਆ ਜਾਂ ਨਹੀਂ ਜਾਣੇ ਚਾਹੀਦੇ, ਸਰਕਾਰ ਦੀਆਂ ਨੀਤੀਆਂ ਆ। ਪਰ ਇੱਕ ਵਾਰੀ ਕਿਤੇ ਗੱਲ ਸੁਣੀ ਸੀ ਕਿ ਪ੍ਰਧਾਨ ਮੰਤਰੀ ਜਾਂ ਹੈੱਡ ਆਫ ਦੀ ਸਟੇਟ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕਿਸੇ ਮੰਦਿਰ 'ਚ ਜਾ ਕੇ ਪੂਜਾ ਕਰੇ। ਉਹਦਾ ਵਿਜ਼ਨ ਇਹ ਹੋਣਾ ਚਾਹੀਦਾ ਕਿ ਭਾਰਤ ਦਾ ਹਰ ਘਰ ਮੰਦਿਰ ਵਰਗਾ ਹੋਵੇ। ਬਹੁਤ ਸੋਹਣੀ ਗੱਲ। ਉਹਦੀ ਗੱਲ, ਉਹਦਾ ਮਸਲਾ, ਉਹਦਾ ਵਿਜ਼ਨ, ਉਹਦਾ ਜਿਹੜਾ ਤਵਾਜ਼ਨ ਹੈ, ਇਸ ਗੱਲ ਤੇ ਨਹੀਂ ਹੋਣਾ ਚਾਹੀਦਾ ਉਹ ਕਿਸੇ ਗਰੀਬ ਦੇ ਘਰ ਰੋਟੀ ਖਾਵੇ। ਉਹਦਾ ਵਿਜ਼ਨ ਇਹ ਹੋਣਾ ਚਾਹੀਦਾ ਕਿ ਹਰ ਗਰੀਬ ਰੋਟੀ ਖਾਵੇ। ਫਲਾਂ ਦੇ ਨਾਮ ਵੰਡਣ ਨਾਲੋਂ ਜੇ ਪਿੰਡਾਂ ਦੇ ਵਿੱਚ ਉਹਦੇ ਦਰਖਤ ਹੀ ਲਗਵਾ ਦਿਓ, ਹਰ ਲੋਕ ਉਹਨੂੰ ਖਾ ਹੀ ਲੈਣ। ਮੈਨੂੰ ਨਹੀਂ ਲੱਗਦਾ ਕਿ 10% ਲੋਕਾਂ ਨੇ ਉਹਦਾ ਸਵਾਦ ਵੀ ਦੇਖਿਆ ਹੋਵੇਗਾ। ਬਾਹਰਲੇ ਫਲ ਨੇ ਸਾਡੇ ਆਮ ਲੋਕਾਂ ਦੀ ਤਾਂ ਪਹੁੰਚ ਦੇ ਵਿੱਚ, ਤਾਂ ਹੁਣ ਜਿਹੜੇ ਸਾਡੇ ਫਰੂਟ ਨੇ ਉਹ ਵੀ ਨਹੀਂ ਹੈਗੇ। ਸੋ ਇਹ ਕੋਈ ਚੰਗੀ ਗੱਲ ਨਹੀਂ। ਤੇ ਇਸ ਵੇਲੇ ਚੰਗੀ ਗੱਲ ਇਹ ਹੈ ਕਿ ਆਪਾਂ ਵਿਚਾਰਾਂ ਦਾ ਸਿਲਸਿਲਾ ਇੱਥੇ ਰੋਕੀਏ ਕਿਉਂਕਿ ਇਸ਼ਾਰਾ ਹੋ ਗਿਆ ਕਿ ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਹੋ ਗਿਆ। ਅਮਰਿਤ ਜੀ, ਤੁਸੀਂ ਇਸ ਪ੍ਰੋਗਰਾਮ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਇਸ ਸਿਲਸਿਲੇ ਨਾਲ ਜੁੜਨ ਲਈ।